ਅਨਮਿਊਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਤੇ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਵੱਲੋਂ ਤੁਹਾਡਾ ਸਭ ਦਾ ਸਵਾਗਤ ਹੈ। ਪ੍ਰੋਫੈਸਰ ਸਾਹਿਬ ਤੁਹਾਡਾ ਵੀ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਪ੍ਰੋਫੈਸਰ ਸਾਹਿਬ, ਅੱਜ ਲੋਕ ਸਭਾ ਦੇ ਵਿੱਚ ਜਿਹੜਾ ਬੀਤੇ ਦਿਨੀ ਆਪਾਂ ਦੇਖ ਰਹੇ ਹਾਂ ਕਿ ਲੋਕ ਸਭਾ ਦੇ ਵਿੱਚ ਬੜਾ ਹੰਗਾਮਾ ਹੋਇਆ ਸੀ, ਫਿਰ ਰਾਜ ਸਭਾ 'ਚ ਹੰਗਾਮਾ ਹੋਇਆ ਸੀ। ਅੱਜ ਫਿਰ ਰਾਜ ਸਭਾ ਦੇ ਵਿੱਚ ਹੰਗਾਮਾ ਹੋਇਆ ਅਤੇ ਹੰਗਾਮੇ ਕਰਕੇ 13 ਮਾਰਚ ਤੱਕ ਜਿਹੜੀ ਕਾਰਵਾਈ ਹੈ ਉਹ ਮੁਲਤਵੀ ਕਰਨੀ ਪਈ ਹੈ ਰਾਜ ਸਭਾ ਦੀ। ਅਤੇ ਹੰਗਾਮੇ ਦਾ ਕਾਰਨ ਇੱਕੋ ਇੱਕ ਹੈ, ਅਡਾਨੀ ਅਡਾਨੀ ਅਡਾਨੀ। ਸੋ ਸਾਰੇ ਦੇਸ਼ ਦੇ ਵਿੱਚ ਜਿੱਥੇ ਮਤਲਬ ਅਡਾਨੀ ਨੂੰ ਲੈ ਕੇ ਤਰਲੋ ਮੱਚੀ ਹੋਈ ਹੈ, ਉੱਥੇ ਹਾਹਾਕਾਰ ਹੋਈ ਪਈ ਹੈ, ਥਾਂ ਥਾਂ 'ਤੇ ਧਰਨੇ ਵੀ ਲੱਗ ਰਹੇ ਨੇ। BJP ਦਾ ਦਫ਼ਤਰ ਜਿਹੜਾ ਚੰਡੀਗੜ੍ਹ ਦਫ਼ਤਰ ਹੈ ਉਹ ਵੀ ਆਮ ਆਦਮੀ ਪਾਰਟੀ ਵੱਲੋਂ ਉਹਦਾ ਵੀ ਘਿਰਾਓ ਕੀਤਾ ਗਿਆ ਕੱਲ੍ਹ। ਉੱਥੇ ਜਲ ਤੋਪਾਂ ਵੀ ਲਾਈਆਂ ਗਈਆਂ, ਉਹਨਾਂ ਨੂੰ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਉਹਨਾਂ ਨੂੰ ਮਾਰ ਕੇ ਰੋਕਿਆ ਗਿਆ। ਸੋ ਐਡਾ ਵੱਡਾ ਜਿਹੜਾ ਘਪਲਾ ਹੋਇਆ ਹੈ ਜਾਂ ਐਡੀ ਵੱਡੀ ਲੋਕ ਤਰਾਹ ਕਰ ਰਹੇ ਹੈ, ਵਿਰੋਧੀ ਪਾਰਟੀਆਂ ਲਗਾਤਾਰ ਬੋਲ ਰਹੀਆਂ ਨੇ, ਲੋਕ ਸਭਾ 'ਚ ਬੋਲ ਰਹੀਆਂ ਨੇ ਅਤੇ ਰਾਜ ਸਭਾ ਦੇ ਵਿੱਚ ਬੋਲ ਰਹੀਆਂ ਨੇ, ਉਹਦੇ ਬਾਵਜੂਦ ਪ੍ਰਧਾਨ ਮੰਤਰੀ ਇੱਕ ਸ਼ਬਦ ਨਹੀਂ ਬੋਲਦੇ ਅਡਾਨੀ ਬਾਰੇ, ਅਡਾਨੀ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਐਡੀ ਕਿੱਡੀ ਕੁ ਮਜਬੂਰੀ ਲੱਗਦੀ ਹੈ? ਦੇਖੋ, ਤੁਹਾਨੂੰ ਆਪਣੇ ਸੱਭਿਆਚਾਰ ਦਾ ਪਤਾ, ਉਹ ਪੁੱਤ ਭਾਵੇਂ ਜਿੰਨਾ ਮਰਜ਼ੀ ਬਦਮਾਸ਼ ਹੋਵੇ, ਸ਼ਰਾਬੀ ਹੋਵੇ, ਗੁੰਡਾ ਹੋਵੇ, ਮਾਂ ਨੇ ਕਦੀ ਨਹੀਂ ਉਹਨੂੰ ਕੁਛ ਕਹਿਣਾ। ਇਹ ਉਹਦੀ ਮਾਂ ਦਾ ਹੀ ਭੂਮਿਕਾ ਨਿਭਾ ਰਹੇ ਆ, ਮੈਨੂੰ ਤਾਂ ਇੰਝ ਲੱਗਦਾ। ਨਹੀਂ ਤੇ ਐਡਾ ਸਾਰੀ ਦੁਨੀਆ 'ਚ ਸ਼ੋਰ ਸ਼ਰਾਬਾ ਪਿਆ ਹੋਵੇ ਅਤੇ ਇਹ ਕਿਵੇਂ ਹੋ ਸਕਦਾ ਕਿ ਪ੍ਰਧਾਨ ਮੰਤਰੀ ਜਦ ਕਿ ਪੁੱਛਣ 'ਤੇ ਇਹ ਨਹੀਂ ਵੀ ਚਲੋ ਆਪਣੀ ਵੱਲੋਂ ਨਹੀਂ ਕਹਿ ਰਹੇ, ਉਹ ਤਾਂ ਗੱਲ ਹੈ, ਹਾਹਾਕਾਰ ਮੱਚੀ ਹੋਵੇ ਅਤੇ ਫਿਰ ਵੀ ਇਸ ਗੱਲ ਨੂੰ ਜ਼ਿੰਮੇਵਾਰੀ ਨਾ ਸਮਝਣ ਕਿ ਮੈਂ ਉਹਦਾ ਜਵਾਬ ਦੇਣਾ, ਉਲਟਾ ਹੋਰ ਹੀ ਖੇਖਣ ਕਰਕੇ, ਖੇਡਾਂ ਖੇਡ ਕੇ, ਦੂਜਿਆਂ 'ਤੇ ਤੰਜ ਕੱਸ ਕੇ, ਦੂਜਿਆਂ ਦਾ ਮਜ਼ਾਕ ਉਡਾ ਕੇ, ਆਪਣੇ ਆਪ ਨੂੰ ਸਰਵ ਸ਼ਕਤੀਮਾਨ ਦੱਸ ਕੇ ਟਾਈਮ ਪਾਸ ਕਰਕੇ, ਪਿੱਛੇ ਤਾੜੀਆਂ ਵਾਲੇ ਉਹ ਪਿੱਛੇ ਜਿਹੜੇ ਆ ਪਿੱਛ ਲੱਗ ਕਹਿ ਲਓ ਅੰਨੇ ਭਗਤ ਜਿਹੜੇ ਆ ਉਹ ਖੜੇ ਕੀਤੇ ਹੋਏ ਆ, ਉਹ ਤਾੜੀ ਤੇ ਤਾੜੀ, ਤਾੜੀ ਤੇ ਤਾੜੀ, ਉਹਨਾਂ ਦਾ ਉਹ ਦਿਹਾੜੀਦਾਰ ਵਾਂਗੂ ਆਪਣਾ ਦਿਹਾੜੀ ਪਾ ਕੇ ਗਾਂਹ ਜਾਂਦੇ ਆ। ਕੋਈ ਜ਼ਿੰਮੇਵਾਰੀ ਵਾਲੀ ਗੱਲ ਨਹੀਂ ਹੈਗੀ। ਤੁਸੀਂ ਪਾਰਟੀ ਆ, ਮੈਨੂੰ ਇਹ ਵੀ ਨਹੀਂ ਸਮਝ ਆਉਂਦੀ ਵੀ RSS ਕਿੱਥੇ ਸੌਂ ਗਈ ਹੈ ਜਾ ਕੇ। ਘੱਟੋ ਘੱਟ ਜੇ ਵਿਰੋਧੀ ਪਾਰਟੀਆਂ 'ਤੇ ਨਹੀਂ ਸੁਣਨੀ, RSS ਨੂੰ ਇੱਕ ਜ਼ਿੰਮੇਵਾਰ ਇਹ ਬੜੀ ਵੱਡੀ ਜਥੇਬੰਦੀ ਕਹਿ ਲਓ ਜਾਂ ਇੱਕ ਆਰਗੇਨਾਈਜੇਸ਼ਨਲ ਸੈਟਅਪ ਸਮਝਿਆ ਜਾਂਦਾ, ਉਹ ਆਪਣੇ ਆਪ ਨੂੰ ਸਭ ਤੋਂ ਵੱਡੇ ਦੇਸ਼ ਭਗਤ ਸਮਝਦੇ ਆ ਅਤੇ ਉਹ ਅੱਜ ਕਿੱਥੇ ਗਈ ਦੇਸ਼ ਭਗਤੀ। ਹੁਣ ਮੈਂ ਮਾੜਾ ਜਿਹਾ ਇਹਦੇ ਬਾਰੇ ਬੈਕਗਰਾਊਂਡ ਬਾਰੇ ਦੱਸ ਕੇ ਆਪਾਂ ਅੱਜ ਦੀ ਹਾਲਾਤ ਕਿਉਂ ਬਣੀ ਮੈਂ ਚਾਹੁੰਦਾ ਕਿ ਆਪਾਂ ਅਡਾਨੀ ਦੇ ਨਾ ਸ਼ੁਰੂਆਤੀ ਦਿਨਾਂ ਚੱਲੀਏ। ਅਡਾਨੀ ਕਿੱਥੋਂ ਆਇਆ, ਕਿਵੇਂ ਐਡਾ ਸਰਮਾਇਆ ਖੜਾ ਕੀਤਾ, ਕਿਵੇਂ ਉਹ ਦੁਨੀਆ ਭਰ ਦੇ ਮੁੱਢਲੇ 1-2 ਅਮੀਰਾਂ ਦੇ ਵਿੱਚ ਉਹਦਾ ਨਾਮ ਹੈ ਜਿਹੜਾ ਮੁੱਢਲੇ 2-3 ਅਮੀਰਾਂ ਦੇ ਵਿੱਚ ਸ਼ਾਮਲ ਹੋਇਆ 600 ਨੰਬਰ ਤੋਂ ਲੈ ਕੇ। ਸੋ ਮੈਂ ਚਾਹੁੰਦਾ ਕਿ ਦਰਸ਼ਕਾਂ ਨੂੰ ਵੀ ਦੱਸੀਏ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਸ ਸਾਮਰਾਜ ਦੀ। ਦੇਖੋ, ਉਹਦਾ 1962 ਦਾ ਜਨਮ ਦਿਨ ਆ। ਇਹਦਾ ਮਤਲਬ ਜਨਮ ਹੋਇਆ ਅਤੇ ਇਹਦਾ ਮਤਲਬ ਅਜੇ 60 ਸਾਲਾਂ ਦਾ ਹੀ ਆ। ਅਤੇ 88 'ਚ ਉਹਨੇ ਬਿਜ਼ਨਸ ਸ਼ੁਰੂ ਕੀਤਾ। ਪਤਾ ਕਿੰਨੇ ਪੈਸੇ ਨਾਲ? 5 ਲੱਖ ਰੁਪਈਏ ਨਾਲ। ਹੁਣ 5 ਲੱਖ ਰੁਪਈਏ ਨਾਲ ਤੁਸੀਂ ਇੰਪੋਰਟ ਐਕਸਪੋਰਟ ਕਿਹੜਾ ਕਰ ਲਓਗੇ ਪਈ? ਕਰਦਿਆਂ ਹੀ ਫਿਰ ਸਾਲ ਬਾਅਦ 7 ਸਾਲ ਹਰ ਸਾਲ ਕੁਛ ਨਾ ਕੁਛ ਉਹ ਜਿਹੜੀ ਮੁਦਰਾ ਪੋਰਟ ਹੈਗੀ ਆ ਗੁਜਰਾਤ ਦੀ, ਪਹਿਲਾਂ ਉਹਦੇ ਨਾਲ ਹੀ ਵਪਾਰ ਕਰਨਾ ਸ਼ੁਰੂ ਕੀਤਾ, ਫਿਰ ਉਹਨੂੰ ਖਰੀਦ ਲਿਆ। ਫਿਰ ਹੋਰ ਚਲਦਿਆਂ ਚਲਾਉਂਦਿਆਂ ਕਈ ਕੰਪਨੀਆਂ ਇਹਨਾਂ ਦੀਆਂ ਬਣਾਈਆਂ, ਜਿਹੜੀ ਪਰ ਸਭ ਤੋਂ ਓਰੀਜਨਲ ਕੰਪਨੀ ਜਿਹੜੀ ਇੱਥੋਂ ਸ਼ੁਰੂ ਹੋਏ ਉਹ ਅਡਾਨੀ ਐਂਟਰਪ੍ਰਾਈਜ਼ਸ ਲਿਮਟਿਡ ਆ, AEL। ਹੁਣ ਉਹਦੇ 'ਚ ਕਿਹਦੀ ਕਿੰਨੀ ਭੂਮਿਕਾ ਹੋਈ, ਇਹਦੇ 2 ਫੇਜ਼ 'ਤੇ ਹੈਗੇ ਆ। ਇੱਕ ਫੇਜ਼ ਇਹਦਾ ਹੈਗਾ ਜਦੋਂ ਇਹੀ ਨਰਿੰਦਰ ਮੋਦੀ 2002 ਤੋਂ ਲੈ ਕੇ 14 ਤੱਕ ਗੁਜਰਾਤ ਦੇ ਵਿੱਚ ਚੀਫ ਮਿਨਿਸਟਰ ਸੀਗੇ। ਹਾਂ, ਹੁਣ ਗੁਜਰਾਤ ਇੱਕ ਤੁਹਾਨੂੰ ਪਤਾ ਉੱਥੇ ਟਰੇਡਿੰਗ ਕਲਚਰ ਹੈਗਾ ਸਾਰੀ, ਨਾਲ ਸੂਰਤ ਪੋਰਟ ਹੈਗੀ ਆ, ਹੋਰ ਹੈਗਾ ਕਿਉਂਕਿ ਕੋਸਟਲ ਏਰੀਆ ਵੀ ਨਾਲ ਲੱਗਦਾ ਹੈਗਾ। ਫਿਰ ਇੱਕ ਉਹਨਾਂ ਦੀ ਹਿਸਟਰੀ ਹੈਗੀ ਟਰੇਡ ਦੀ, ਬੜੀ ਪੁਰਾਣੀ ਹਿਸਟਰੀ ਹੈਗੀ, ਅਤੇ ਇਸ ਕਰਕੇ ਗੁਜਰਾਤ ਦੀ ਇੱਕ ਟਰੇਡਿੰਗ ਹਿਸਟਰੀ, ਟਰੇਡਿੰਗ ਸੰਸਕਾਰ, ਸੱਭਿਆਚਾਰ, ਫਿਰ ਇੰਡਸਟਰੀ ਬੜੀ ਹੈ ਸੂਰਤ ਦੇ ਵਿੱਚ, ਬੜੀ ਟੈਕਸਟਾਈਲ, ਡਾਇਮੰਡ, ਹੋਰ ਅਹਿਮਦਾਬਾਦ 'ਚ ਟੈਕਸਟਾਈਲ, ਅਤੇ ਇੰਡਸਟਰੀ ਲਈ ਸੂਟੇਬਲ ਏਰੀਆ ਵੀ ਹੈਗਾ, ਖਾਸ ਕਰ ਟੈਕਸਟਾਈਲ ਲਈ। ਤੁਸੀਂ ਉਹ ਸਾਰੇ ਦਾ ਇੱਕ ਉੱਥੇ ਹੋਰ ਵੱਡੇ ਪੱਧਰ 'ਤੇ ਮਹਾਰਾਸ਼ਟਰਾ ਵਾਂਗੂ ਇੱਕ ਪੈਰਲਲ ਹੱਬ ਉੱਭਰਨਾ ਅਤੇ ਦੇਸ਼ ਦੇ ਲਈ ਫਾਇਦੇਮੰਦ ਵਾਲੀ ਗੱਲ, ਉਹਦੇ 'ਚ ਕਿਸੇ ਨੂੰ ਕੋਈ ਕਿੰਤੂ ਪਰੰਤੂ ਨਹੀਂ। ਪਰ ਜੇ ਕੋਈ ਬੰਦੇ ਸਕੀਮ ਬਣਾ ਲੈਣ ਕਿ ਮੈਂ ਹੈਗਾ ਰਾਜਨੀਤੀ 'ਚ, ਤੂੰ ਕਰ ਮੇਰਾ ਫਾਇਦਾ ਅਤੇ ਮੈਂ ਕਰਦਾ ਤੇਰਾ ਫਾਇਦਾ, ਤੂੰ ਮੈਨੂੰ ਦਿਆ ਕਰ ਖੁੱਲ੍ਹਾ ਫੰਡ ਅਤੇ ਮੈਂ
ਲੋਕਾਂ ਦੇ ਵਿੱਚ ਭਾਵੇਂ ਨਫ਼ਰਤ ਫੈਲਾ ਕੇ, ਭਾਵੇਂ ਮੈਂ ਜ਼ਹਿਰ ਭਰ ਕੇ, ਭਾਵੇਂ ਡਰਾ ਕੇ ਜਾਂ ਧਮਕਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਵੋਟਾਂ ਮੈਂ ਇਕੱਠੀਆਂ ਕਰ ਲਿਆ ਕਰੂੰ ਤੇ ਸਰਕਾਰ ਮੇਰੀ ਹੋਊਗੀ, ਤੂੰ ਆਪਣਾ ਕੰਮ ਖੁੱਲ੍ਹੀ ਤੈਨੂੰ ਛੁੱਟੀ, ਜਿੱਧਰ ਨੂੰ ਮਰਜ਼ੀ ਕੰਮ ਦੱਬੀ ਚੱਲ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਕਿੰਨੀ ਉਹਦੀ ਤਰੱਕੀ ਹੋਈ ਹੋਊਗੀ ਕਿ 2000 ਅਪ੍ਰੈਲ 21 'ਚ 2 ਸਾਲ ਪਹਿਲਾਂ 21 ਅਪ੍ਰੈਲ 2021 'ਚ ਉਹਦੇ ਐਸੈਟਸ ਦੀ ਵਰਥ ਹੈ 8-9 ਕੰਪਨੀਆਂ ਹੈਗੀਆਂ ਆ, ਜਿਹਦੇ ਵਿੱਚ ਕੋਲ ਦੀ ਵੀ ਹੈਗੀ ਆ, ਪਾਵਰ ਦੀ ਹੈਗੀ ਆ, ਟਰਾਂਸਮਿਸ਼ਨ ਦੀ ਹੈਗੀ ਆ, ਏਅਰਪੋਰਟਸ ਤੇ ਕਬਜ਼ਾ ਵਾਲੀ ਹੈਗੀ ਆ, ਪੋਰਟਸ ਤੇ ਕਬਜ਼ਾ ਹੈ, ਫਿਰ ਸੋਲਰ ਸਿਸਟਮ ਦਾ, ਚਲੋ ਗ੍ਰੀਨ ਦਾ ਜਿਹਨੂੰ ਕਹਿੰਦੇ, ਕਈ ਇਹੋ ਜਿਹੀਆਂ ਕੰਪਨੀਆਂ ਹੈਗੀਆਂ, ਹੋਰ ਐਕਸਪੋਰਟ ਇੰਪੋਰਟ ਦਾ, ਫਿਰ ਬਾਹਰਲੀਆਂ ਕੁਝ ਕੰਪਨੀਆਂ, ਕੋਈ ਡਿਫੈਂਸ ਦੀਆਂ ਬਾਹਰ, ਆਸਟ੍ਰੇਲੀਆ 'ਚ ਕੋਲ ਦਾ ਹੈਗਾ, ਇੰਡੋਨੇਸ਼ੀਆ 'ਚ ਕੋਲ ਦਾ ਹੈਗਾ, ਇਹ ਸਾਰੀ ਜਗ੍ਹਾ ਬਾਹਰ ਵੀ ਆਪਣੇ ਪੈਰ ਫੈਲਾਏ ਹੋਏ ਹੈਗੇ। ਹੁਣ $100 ਬਿਲੀਅਨ ਦੀ ਵਰਥ ਹੈਗੀ ਆ ਅਪ੍ਰੈਲ 2021 'ਚ। ਅਪ੍ਰੈਲ 2022 'ਚ ਆਉਂਦਿਆਂ ਉਹ ਡਬਲ ਹੋ ਜਾਂਦੀ ਇੱਕ ਸਾਲ 'ਚ, $200 ਬਿਲੀਅਨ। ਤੇ ਜਦੋਂ ਆਉਂਦਾ ਨਵੰਬਰ, ਪਿਛਲਾ ਸਾਲ ਨਵੰਬਰ 2022, ਉਹ ਹੋ ਜਾਂਦੀ ਹੈ $280 ਬਿਲੀਅਨ। ਜਾਣੀ ਜੇ ਅੱਜ ਦੀ ਤਰੀਕ 'ਚ ਉਹਦਾ ਦੇਖਿਆ ਜਾਏ ਤੇ ਮੇਰਾ ਖਿਆਲ ਹੈ ਕਿ ਉਹਦੀ ਵਰਥ 24-25 ਲੱਖ ਕਰੋੜ ਤੱਕ ਸੀਗੀ, ਜਦੋਂ ਅਚਾਨਕ ਆ ਹਿੰਡਨਬਰਗ ਦੀ ਰਿਪੋਰਟ 24-25 ਤਰੀਕ ਨੂੰ ਛਾਇਆ ਹੋ ਜਾਂਦੀ ਹੈ, ਐਸੇ ਪਿਛਲੇ ਮਹੀਨੇ ਦੀ ਜਨਵਰੀ। ਉਹਦੇ 'ਚ ਮੈਨੂੰ ਹੈਰਾਨੀ ਦੀ ਗੱਲ ਇਹ ਹੈ ਕਿ ਮੈਂ ਸਾਰਾ ਪੜ੍ਹ ਰਿਹਾ ਸੀ ਪਿੱਛੇ ਵੀ, ਇਹ ਪਹਿਲੀ ਵਾਰੀ ਨਹੀਂ ਹੈ ਕਿ ਇਹਦੇ 'ਤੇ ਇਹੋ ਜਿਹੀਆਂ ਕੋਈ ਪਿੰਨ ਪੁਆਇੰਟ ਹੋਇਆ। ਜਿਹੜੀਆਂ ਅਲੱਗ-ਅਲੱਗ ਰੇਟਿੰਗ ਏਜੰਸੀਆਂ ਆ, ਸਾਡੇ ਇੰਡੀਆ ਦੀਆਂ ਵੀ ਆ, ਬਾਹਰਲੀਆਂ ਵੀ ਆ, ਉਹਨਾਂ ਨੇ ਗਾਹੇ ਬਗਾਹੇ 2010 'ਚ ਵੀ ਇਹਦੀ ਪਹਿਲੀ ਵਾਰੀ ਇਨਕੁਆਇਰੀ ਹੋਈ ਹੈ ਕੋਈ ਨਾ ਕੋਈ। ਉਦੋਂ ਤੁਹਾਨੂੰ ਪਤਾ ਮਨਮੋਹਨ ਸਿੰਘ ਦੀ ਸਰਕਾਰ ਸੀਗੀ, ਉਹ ਇੱਧਰ ਉੱਧਰ ਕਰਾ ਕੇ ਕੁਛ ਜੁਰਮਾਨਾ ਵੀ 80 ਲੱਖ ਜੇ ਉਹ ਹੋਇਆ ਕਿਸੇ ਕੰਪਨੀ ਦਾ ਸੀਗਾ। ਉਦੋਂ ਤੋਂ ਲੈ ਕੇ ਪਿਛਲੇ 10-12 ਸਾਲਾਂ 'ਚ, ਖਾਸ ਕਰਕੇ 2-3 ਸਾਲਾਂ 'ਚ, ਤੇ ਲਗਾਤਾਰ ਇਹਦੇ ਬਾਰੇ ਖਬਰਾਂ ਛਾਇਆ ਹੁੰਦੀਆਂ ਰਹੀਆਂ, ਪਰ ਉਹ ਕਿਉਂਕਿ ਇੱਥੇ ਜਿਹੜੀ ਸਾਡੇ ਸਭ ਤੋਂ ਪਾਵਰਫੁਲ ਆਦਮੀ ਹੈ ਤੇ ਸਭ ਤੋਂ ਪਾਵਰਫੁਲ ਰਾਜਨੀਤਿਕ ਤੌਰ 'ਤੇ ਪਾਰਟੀ ਹੈਗੀ ਹੈ, ਉਹ ਕਿਸੇ ਨੂੰ ਗੌਲਦੇ ਨਹੀਂ। ਉਹ ਮੀਡੀਆ 'ਤੇ ਵੀ ਪ੍ਰਭਾਵ ਕਾਫੀ ਉਹਨਾਂ ਦਾ ਜ਼ਬਰਦਸਤ ਆ। ਉਹ ਗੱਲਾਂ ਖੁੱਲ੍ਹ ਕੇ ਜਿਵੇਂ ਡਿਸਕਸ ਹੋਣੀਆਂ ਚਾਹੀਦੀਆਂ ਸੀ, ਸਾਹਮਣੇ ਆਉਣੀਆਂ ਚਾਹੀਦੀਆਂ ਸੀ, ਆਈਆਂ ਨਹੀਂ। ਹੁਣ ਇੱਕ ਅਫਸੋਸ ਦੀ ਗੱਲ ਹੈ ਕਿ ਤੁਹਾਨੂੰ ਦੇਖੋ ਨਾਲ ਲੱਗਦੀਆਂ ਗੱਲਾਂ ਜੇ ਦੇਖੋ ਤੇ ਕੀ ਪੈਗਾਸਸ ਵਾਲਾ ਛੋਟਾ ਸਕੈਂਡਲ ਆ, ਕਿਉਂ ਨਹੀਂ ਉਹਦੇ 'ਤੇ ਕੋਈ ਵੀ ਕਿਸੇ ਸਿਰੇ ਗੱਲ ਜਿਹੜੀ ਪਾਰਲੀਮੈਂਟ ਦੇ ਵਿੱਚ ਕੋਈ ਸੋਲਿਡ ਜਵਾਬ ਦਿੱਤਾ ਹੀ ਨਹੀਂ ਹੈ। ਨਹੀਂ ਜੀ ਇਹ ਤਾਂ ਡਿਫੈਂਸ ਲਈ ਸੀਗਾ ਜੀ, ਅਸੀਂ ਸਾਰੀ ਗੱਲ ਨਹੀਂ ਦੱਸ ਸਕਦੇ ਜੀ। ਕਿਉਂ ਨਹੀਂ ਦੱਸ ਸਕਦੇ? ਵਿਰੋਧੀ ਪਾਰਟੀਆਂ ਨੂੰ ਹਾਂ ਜਿਹੜੀ ਬਿਲਕੁਲ ਨਹੀਂ ਦੱਸ ਸਕਦੇ ਉਹ ਤੁਸੀਂ ਪ੍ਰਾਈਵੇਟਲੀ ਦੱਸੋ ਜਾਂ ਕੋਈ ਕਿਸੇ ਵੀ ਤਰੀਕੇ ਨਾਲ ਦੱਸੋ, ਜਿਹਦੇ ਨਾਲ ਕਿਸੇ ਸੁਰੱਖਿਆ ਨੂੰ ਖਤਰਾ, ਦੇਸ਼ ਨੂੰ ਖਤਰਾ, ਤੁਸੀਂ ਉਹ ਨਾ ਦੱਸੋ, ਉਹ ਨਾ ਦੱਸੋ। ਪਰ ਬਾਕੀ ਦੇ ਜਿਹੜਿਆਂ ਲੋਕਾਂ ਦੇ ਫੋਨਾਂ 'ਚ ਪਾਇਆ ਉਹ ਕਿਉਂ ਪਾਇਆ? ਜਿਹੜੇ ਸਿਵਲ ਸੁਸਾਇਟੀ ਦੇ ਹੈਗੇ, ਵਿਰੋਧੀ ਪਾਰਟੀਆਂ ਦੇ ਹੈਗੇ। ਰਫਾਲ ਦਾ ਉਹ ਇਸੇ ਤਰੀਕੇ ਦਾ ਸਕੈਂਡਲ ਸੀ, ਕਿਉਂਕਿ ਚੜ੍ਹਾਈ ਸਾਡੀ ਐਡੀ ਹੈ ਇਹਨਾਂ ਦੀ, ਮੋਦੀ ਹੈ, ਤਾਂ ਮੁਮਕਿਨ ਹੈ ਇਹੋ ਜਿਹਾ ਕਿ ਮਾਹੌਲ ਦੇਸ਼ ਦੇ ਅੰਦਰ ਚਾਪਲੂਸਾਂ ਨੇ ਪੈਦਾ ਕੀਤਾ। ਪ੍ਰੈਕਟੀਕਲੀ ਤੇ ਤਾਨਾਸ਼ਾਹੀ ਹੈ। 2-4 ਬੰਦੇ ਸਾਰੇ ਦੇਸ਼ 'ਤੇ ਕਬਜ਼ਾ ਕਰੀ ਤੁਰੇ ਜਾਂਦੇ ਆ, ਤਾਂ ਉਹਦੇ ਵਿੱਚੋਂ ਇਹਦਾ ਨਿਕਲਦਾ ਕਿ ਵਿਰੋਧੀ ਪਾਰਟੀ ਦੀ ਆਵਾਜ਼ ਨੂੰ ਸੁਣਨਾ ਹੀ ਨਹੀਂ। ਉਹ ਹੁੰਦੇ ਕੌਣ ਆ ਮੈਨੂੰ ਪੁੱਛਣ ਵਾਲੇ? ਰਫਾਲ ਡੀਲ ਵੀ ਐਡੀ ਸੀਰੀਅਸ ਸੀ, ਬੋਫਰਸ ਵੇਲੇ ਜੇ ਹੋ ਸਕਦਾ, ਰਫਾਲ ਵੇਲੇ ਕਿਉਂ ਨਹੀਂ ਹੋ ਸਕਦਾ? ਬੋਫਰਸ ਦਾ ਵੀ ਤੁਹਾਨੂੰ ਯਾਦ ਹੋਣਾ, ਜਿਹੜਾ ਰਾਜੀਵ ਗਾਂਧੀ ਵੇਲੇ ਸੀਗਾ, ਉਹ ਹੁਣ ਇਹ ਕਹਿ ਰਹੇ ਨਾ ਕਿ ਬਾਹਰਲੀਆਂ ਕੰਪਨੀਆਂ ਕਰ ਰਹੀਆਂ ਉਹ 'ਤੇ ਦੇਸ਼ 'ਤੇ ਹਮਲਾ। ਜਦੋਂ ਕੰਪਨੀ ਦੀ ਰਿਪੋਰਟ ਆਈ ਹੈ, ਇਹਨਾਂ ਦਾ ਰਿਸਪੌਂਸ ਕੀ ਸੀ ਤੁਸੀਂ ਪੜ੍ਹ ਕੇ ਦੇਖੋ। ਇਹ ਇੰਡੀਆ 'ਤੇ ਹਮਲਾ ਲਓ, ਯਾਨੀ ਅਡਾਨੀ, ਮੈਂ ਜਿਹੜੀ ਅੱਗੇ ਬਾਰ-ਬਾਰ ਕਹਿੰਦਾ ਅਡਾਨੀ ਇੰਡੀਆ ਹੈ ਤੇ ਮੋਦੀ ਡਬਲ ਇੰਡੀਆ ਹੈ। ਕਿਹੜੀਆਂ ਗੱਲਾਂ ਕਰਦੇ ਤੁਸੀਂ? ਇੱਥੇ ਤੱਕ ਹੋ ਗਿਆ। ਪ੍ਰੈਸ ਸਾਹਿਬ, ਜਿਵੇਂ ਆਪਾਂ ਗੱਲਾਂ ਕਰ ਰਹੇ ਹਾਂ, ਇਹਦਾ ਜਿਹੜਾ ਸਾਮਰਾਜ ਹੈ ਖੜਾ ਹੋਇਆ 88, ਤੁਸੀਂ ਕਿਹਾ ਕਿ 5 ਲੱਖ ਰੁਪਈਏ ਦੇ ਨਾਲ, 4-5 ਲੱਖ ਰੁਪਈਏ ਨਾਲ ਬਿਜ਼ਨਸ ਸ਼ੁਰੂ ਹੋਇਆ। ਬਿਜ਼ਨਸ ਵੱਡੇ ਪੱਧਰ 'ਤੇ ਕਦੋਂ ਹੋਇਆ? ਨਹੀਂ ਮੈਂ ਦੱਸਦਾ ਨਾ, ਉਹ ਤੇ ਨਾਲੋਂ ਨਾਲ ਹੀ ਕਿੱਦਾਂ ਹੋਇਆ ਕਿ ਹੋਇਆ ਤਾਂ ਇਹਨਾਂ ਪਿਛਲੇ ਦਿਨਾਂ 'ਚ 3 ਸਾਲਾਂ 'ਚ। ਮੈਂ ਤੁਹਾਨੂੰ ਦੱਸੀ ਤੇ ਜਾਣਾ, ਅਪ੍ਰੈਲ 21 ਦੇ ਵਿੱਚ ਜੇ $100 ਬਿਲੀਅਨ ਦਾ ਵਰਥ ਸੀ ਤੇ ਉਹ ਅਪ੍ਰੈਲ 22 'ਚ 1 ਸਾਲ 'ਚ ਹੀ ਦੁੱਗਣਾ ਹੋ ਗਿਆ। ਤੇ ਫਿਰ ਅਗਲੇ 7 ਮਹੀਨਿਆਂ 'ਚ $80 ਬਿਲੀਅਨ ਹੋਰ ਹੋ ਗਿਆ। ਤੇ ਇਹਦਾ ਮਤਲਬ ਇੱਕ ਤੇ ਇਹ ਹੈ ਕਿ ਉਹ ਰੀਅਲ ਵਰਥ ਨਹੀਂ ਹੈ। ਦੂਸਰਾ ਮੈਂ ਉਹਦੇ 'ਤੇ ਵੀ ਆਉਣਾ ਵੀ ਇਹ ਕਿਵੇਂ ਹੋ ਰਿਹਾ। ਹੋਇਆ ਇੰਝ ਆ ਕਿ ਜਿਹੜਾ ਇਹਦੀ ਪਹਿਲੀ ਗੱਲ ਜਿਹੜੀ ਹੈ ਕਿ ਇਹਨਾਂ ਦਾ ਰਿਸਪੌਂਸ ਕੀ ਸੀ, ਉਹ ਬੜਾ ਇੰਪੋਰਟੈਂਟ ਹੈ ਦੱਸਣਾ, ਤਾਂ ਕਿ ਆਪਾਂ ਨੂੰ ਇੱਥੇ ਦੀ ਮਾਨਸਿਕਤਾ ਸਮਝ ਲੱਗੇ। ਕਿਉਂ ਨਹੀਂ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਕਿ ਆਪਾਂ ਲੋਕਾਂ ਨੂੰ ਜਾਂ ਵਿਰੋਧੀ ਪਾਰਟੀਆਂ ਨੂੰ ਜਾਂ ਦੇਸ਼ ਨੂੰ ਜਵਾਬਦੇਹੀ ਹੈ ਇਹਨਾਂ ਲੋਕਾਂ ਦੀ।
ਉੱਥੇ ਲਿਖਿਆ ਇਹ ਦੇਸ਼ 'ਤੇ ਹਮਲਾ, ਇਹ ਜਿਹੜੇ ਦੇਸ਼ ਭਗਤ ਆ ਲੋਕ ਉਹਨਾਂ 'ਤੇ ਹਮਲਾ, ਦੇਸ਼ ਦੀ ਅਰਥ ਵਿਵਸਥਾ 'ਤੇ ਹਮਲਾ, ਇਹ ਸਾਜ਼ਿਸ਼ ਹੈਗੀ ਆ, ਫਲਾਨੀਆਂ ਟਮਕਾਣੀਆਂ ਸਾਰੀਆਂ ਗੱਲਾਂ ਵੀ ਅਡਾਨੀ ਯਾਨੀ ਕਿ ਦੇ ਦੇਸ਼ ਵੀ ਅਡਾਨੀ ਹੈ, ਦੇਸ਼ ਭਗਤ ਵੀ ਅਡਾਨੀ ਹੈ ਤੇ ਦੇਸ਼ ਦੀ ਅਰਥ ਵਿਵਸਥਾ ਵੀ ਅਡਾਨੀ ਉਹੀ ਹੈ ਉਹਦੇ 'ਤੇ ਹਮਲਾ ਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਬਾਹਰਲੀਆਂ ਕੰਪਨੀਆਂ ਨੇ ਵੀ ਪੈਸੇ ਲਾਏ ਆ। ਕ੍ਰੈਡਿਟ ਸਵਿਸ ਹੈਗੀ ਆ ਜਿਨ੍ਹਾਂ ਦਾ ਮੇਰਾ ਖਿਆਲ ਜਰਮਨ ਦੇ ਵਿੱਚ ਵੀ ਹੈੱਡਕੁਆਟਰ ਆ, ਅਤੇ ਉਂਝ ਸਵਿਸ ਕੰਪਨੀ ਹੈਗੀ ਆ ਜਿਹੜੀ ਫਾਈਨੈਂਸ ਕਰਦੀ ਆ, ਰੇਟਿੰਗ ਕਰਦੀ ਆ। ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਜੇ ਕੋਈ ਸਾਡੇ ਤੋਂ ਇਹਨਾਂ ਦੇ ਬਿਹਾਫ 'ਤੇ ਕਿਸੇ ਵੀ ਕਿਸਮ ਦਾ ਕਰਜ਼ਾ ਲੈਣ ਆਉਣਗੇ ਨਾ ਕਰ ਦਿੱਤੀ ਆ। ਸਿਟੀ ਬੈਂਕ ਨਿਊਯਾਰਕ ਦੀ ਅਮਰੀਕਨ ਕੰਪਨੀ ਆ, ਨਾ ਕਰ ਦਿੱਤੀ ਆ ਉਹ ਰਿਪੋਰਟ ਆਉਣ ਤੋਂ ਬਾਅਦ, ਕਿਉਂਕਿ ਉਹਨਾਂ ਨੂੰ ਦੋਹਾਂ ਹੀ ਕ੍ਰੈਡਿਟ ਏਜੰਸੀਆਂ ਵੱਡੀਆਂ ਏਜੰਸੀਆਂ, ਉਹਨਾਂ ਨੂੰ ਇਹ ਇੰਟਰਨੈਸ਼ਨਲ ਹੈਗੀਆਂ, ਉਹਨਾਂ ਨੂੰ ਇਹ ਸਮਝ ਪੈ ਗਈ ਕਿ ਇਹ 2 ਨੰਬਰੀ ਕੰਮ ਹੈਗਾ। ਹੁਣ ਤੁਸੀਂ ਇੱਕ ਗੱਲ ਦਾ ਮੈਂ ਪਹਿਲੀ ਦਾ ਤੁਹਾਡਾ ਵਿੱਚੇ ਜਵਾਬ ਦੇ ਦਿੰਦਾ ਕਿ ਇਹ ਕਿਵੇਂ ਇੰਨੇ ਵੱਡੇ ਪੱਧਰ 'ਤੇ ਹੋਏ। ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਪੋਰਟ ਹੈ ਕ੍ਰਿਸ਼ਨਾਪਟਨਮ, ਆ ਮੈਂ ਹੁਣੇ ਵੀਡੀਓ ਤੁਹਾਡੇ ਸਾਹਮਣੇ ਸੁਣ ਰਿਹਾ ਸੀ। 2018 ਦੇ ਵਿੱਚ ਉੱਥੇ ਰੇਡ IT ਦੇ ਹੋਰਨਾਂ ਦੇ ED ਦੇ ਕਰਵਾਤੇ ਜਾਂਦੇ ਆ, ਮਗਰ ਇਹਨੂੰ ਭੇਜਤਾ ਜਾਂਦਾ। ਇਹ 75% ਸ਼ੇਅਰ ਉਹਨਾਂ ਦੇ ਖਰੀਦ ਲੈਂਦਾ, ਮਗਰ 100% ਖਰੀਦ ਕੇ ਸਾਰੀ ਉਹ ਆਪਣਾ ਖਰੀਦ ਲੈਂਦਾ। ACC ਤੇ ਅੰਬੂਜਾ ਸੀਮੈਂਟ ਉਹਨਾਂ 'ਤੇ ਰੇਡ ਕਰਾਏ ਜਾਂਦੇ ਆ, ਮਗਰ ਇਹ ਅਡਾਨੀ ਜੀ ਪਹੁੰਚ, ਇਹ ਵੀ ਹੁਣ ਦੇ ਆ 2018-19 ਦੇ 20 ਦੇ 2018 ਤੋਂ ਬਾਅਦ ਮੇਰੇ ਖਿਆਲ 20 'ਚ ਹੀ ਕਰਾਇਆ ਜਾਂਦਾ। ਤੁਸੀਂ ਕਹਿੰਦੇ ਨੇ ਇੰਨਾ ਛੇਤੀ ਕਿਵੇਂ ਵਧਿਆ, ਮੈਂ ਉਸ ਗੱਲ ਦਾ ਜਵਾਬ ਦੇ ਰਿਹਾ। ਉਸੇ ਦਾ ਉਹਨੂੰ ਵੀ ਚੱਕ ਕੇ ਫੜਾਤਾ ਜਾਂਦਾ ਤੁਰੰਤ, ਉਹ ਅੰਬੂਜਾ ACC ਸੀਮੈਂਟਾਂ 'ਤੇ ਵੀ ਕਬਜ਼ਾ ਕਰ ਲੈਂਦਾ। ਸਭ ਤੋਂ ਇੰਟਰਸਟਿੰਗ ਗੱਲ ਹੈ ਕਿ ਸਭ ਤੋਂ ਬਿਜ਼ੀ ਅਤੇ ਸਭ ਤੋਂ ਜਿਹੜੀ ਪ੍ਰੋਫਿਟ ਮੇਕਿੰਗ ਕਿਸੇ ਵੀ ਪ੍ਰਾਈਵੇਟ ਐਂਟਰਪ੍ਰੈਨਿਓਰ ਨੂੰ ਹੋ ਸਕਦੀ ਸੀ, ਉਹ ਸੀ ਏਅਰਪੋਰਟ ਬੰਬੇ ਦਾ, ਮਹਾਰਾਸ਼ਟਰ ਦਾ, ਕਿਉਂਕਿ ਸਾਡੀ ਇਕਨੋਮਿਕ ਹੱਬ ਹੈਗੀ ਆ GVK ਕੰਪਨੀ। ਇਹ ਕਹਿੰਦੇ ਕਿ ਅਸੀਂ ਮੋਦੀ ਜੀ ਚਾਹੁੰਦੇ ਆ, ਇਸ਼ਾਰਾ ਕਰਦੇ ਆ ਕਿ ਅਸੀਂ ਚਾਹੀਦਾ, ਸਾਡੇ ਮੇਰੇ ਮਿੱਤਰ ਨੂੰ ਚਾਹੀਦੀ ਆ, ਕਿਉਂਕਿ ਉਹਨੂੰ ਏਅਰਪੋਰਟਾਂ ਦਾ ਸਵਾਦ ਪਿਆ। ਹੁਣ ਅਸੀਂ 6 ਏਅਰਪੋਰਟ ਪਹਿਲਾਂ ਹੀ ਦਿੱਤੇ ਆ, ਹੋਰ ਇਹ ਵੀ ਦੇਣਾ ਚਾਹੁੰਦੇ ਆ, ਅਤੇ ਤੁਸੀਂ ਇਹਨੂੰ ਇਹ ਦੇ ਦਿਓ। ਉਹ ਕਹਿੰਦੇ ਜੀ ਨਹੀਂ, ਅਸੀਂ ਤਾਂ ਨਹੀਂ ਦੇ ਸਕਦੇ, ਤੁਸੀਂ ਦੱਸੋ ਸਾਡਾ ਕਿਸ ਕਿਸਮ ਦਾ ਹਿੱਸਾ ਪੱਤੀ ਕਿਉਂ ਪਵੇ, ਸਾਡੇ ਲਈ ਪ੍ਰੋਫਿਟੇਬਲ ਵੈਂਚਰ ਹੈਗਾ। ਕਰਤੇ ਭੇਜਤੇ ਬੰਦੇ ਫਿਰ ਇੰਟੈਲੀਜੈਂਸ, ਉਹ ਜਾ ਕੇ ਫੋਲਾ ਫਾਲੀ ਜੇ ਉਹ ਤੰਗ ਕਰਦੇ ਆ, ਅਤੇ ਫਿਰ ਅਲਟੀਮੇਟਲੀ ਇਹਨੂੰ ਵੇਚ ਕੇ ਖਹਿੜਾ ਛਡਾਉਂਦੇ ਆ। ਹੁਣ ਸਮਝ ਲੱਗ ਗਈ? ਜਾਣੀ ਜਿਹੜੀਆਂ ਦੇਸ਼ ਦੀਆਂ ਰੱਖਿਆ ਕਰਨ ਦੀਆਂ ਇੰਟੈਲੀਜੈਂਸ ਏਜੰਸੀਆਂ ਜਾਂ ਦੇਸ਼ ਦੀ ਅਰਥ ਵਿਵਸਥਾ ਦੇ ਉੱਤੇ ਸੁਪਰਵਾਈਜ਼ ਕਰਨ ਵਾਲੀਆਂ ਸੁਪਰਵਾਈਜ਼ਰੀ ਏਜੰਸੀਆਂ ਆ, ਜੇ ਉਹੀ ਵਿਕ ਜਾਣਗੀਆਂ, ਉਹਨਾਂ ਨੂੰ ਬਾਂਹ ਮਰੋੜਨ 'ਤੇ ਲਾਇਆ ਹੋਇਆ ਕਿ ਤੁਸੀਂ ਉਹਦੀ ਬਾਂਹ ਮਰੋੜੋ ਇਹਨੂੰ ਫਾਇਦਾ ਦੇਣਾ, ਅਤੇ ਉਹਦੀ ਮਰੋੜੋ ਇਹਨੂੰ ਫਾਇਦਾ ਦੇਣਾ। ਮੈਨੂੰ ਇੱਕ ਗੱਲ ਦੱਸੋ, ਤੁਹਾਨੂੰ ਨਹੀਂ ਲੱਗਦਾ ਤੁਸੀਂ ਜਰਾ ਸ਼ਾਂਤ ਮਨ ਦੇ ਨਾਲ ਇਕਾਗਰ ਆਪਣੀ ਬਿਰਤੀ ਕਰਕੇ ਇਸ ਸਾਰੇ ਹੰਬਗ ਤੋਂ ਪਰਾਂ ਹੋ ਕੇ ਸੋਚੋ, ਈਸਟ ਇੰਡੀਆ ਕੰਪਨੀ ਕੀ ਸੀ? ਇਹੀ ਸੀ। ਆਈ ਤੇ ਕੰਪਨੀ ਦੇ ਤੌਰ 'ਤੇ ਸੀ, ਉਹ ਅੱਗ ਲੈਣ ਆਈ ਅਤੇ ਮਾਲਕਣ ਬਣ ਕੇ ਬਹਿ ਗਈ। ਫਿਰ ਉਹ ਬਾਅਦ ਵਿੱਚ ਮਿਡ 19th ਸੈਂਚੁਰੀ ਤੋਂ ਸਿੱਧਾ ਹੀ ਉੱਥੋਂ ਉਹਨਾਂ ਦੇ ਪਿੱਛੇ ਵੀ ਬ੍ਰਿਟਿਸ਼ ਪੂਰੀ ਸਰਕਾਰ ਦਾ ਹੱਥ ਸੀ, ਐਵੇਂ ਥੋੜ੍ਹੀਆਂ ਫਿਰਦੀਆਂ ਸੀ ਕੰਪਨੀਆਂ ਉਹ ਦੰਦ ਨਾਉਂਦੀਆਂ, ਅਤੇ ਤਾਂਹੀਏ ਤੇ ਬਾਅਦ ਵਿੱਚ ਉਹ ਇੱਕ ਦੂਜੇ ਦੇ ਨਾਲ ਸਮਝੌਤਾ ਕਰਕੇ ਉਹਨਾਂ ਸਿੱਧਾ ਰਾਜ ਵੀ ਕੀਤਾ। ਅਡਾਨੀ ਪਿੱਛੇ ਵੀ ਹੁਣ ਇਹ ਜਿਹੜੇ ਵੱਡੇ ਦੇਸ਼ ਭਗਤ ਮੋਦੀ ਅਤੇ ਉਹਨਾਂ ਦੇ ਨਾਲ ਦੇ ਹੋਰ ਅਤੇ ਅਡਾਨੀ, ਕੀ ਇਹ ਹੁਣ ਇਹ ਸਾਨੂੰ ਦੁਬਾਰਾ ਉਸੇ ਰਿਆਸਲ 'ਚੋਂ ਉਸੇ ਹੀ ਸਾਰੇ ਐਕਸਪੀਰੀਅੰਸ 'ਚੋਂ ਕੱਢਣਾ ਚਾਹੁੰਦੇ ਆ? ਇਹ ਉਹੀ ਈਸਟ ਇੰਡੀਆ ਕੰਪਨੀ ਵਾਲਾ ਹਿਸਾਬ ਹੈ ਵੀ ਕਿਸੇ ਨੂੰ ਜੀਣ ਨਹੀਂ ਦੇਣਾ, ਜਿਹਦਾ ਮਰਜ਼ੀ ਦਾਦਾਗਿਰੀ ਨਾਲ ਕਬਜ਼ੇ ਕਰ ਲੈਣੇ ਆ, ਅਤੇ ਉੱਥੇ ਇੰਗਲੈਂਡ ਦੇ ਉੱਤੋਂ ਜਾ ਕੇ ਬੈਕਅਪ ਹੁੰਦਾ ਸੀਗਾ, ਇੱਥੇ ਸਿੱਧਾ ਘਰੇ ਹੀ ਬੈਠਾ ਬੰਦਾ ਇਹਨੂੰ ਮਿਲ ਵੀ ਸਕਦੇ ਆ, ਤੁਸੀਂ ਨਾਲ ਜਹਾਜ਼ 'ਚ ਬਹਿ ਕੇ ਲਿਜਾ ਵੀ ਸਕਦੇ ਆ, ਕੰਮ ਤਾਂ ਇੱਕੋ ਹੀ ਆ। ਇੱਕ ਪਾਸੇ ਪੋਲੀਟੀਕਲ ਬੈਕਅਪ ਹੈਗਾ, ਦੂਜੇ ਪਾਸੇ ਤੁਸੀਂ ਉਸ ਨੂੰ ਏਜੰਸੀਆਂ ਨੂੰ ਲਾ ਕੇ ਅਤੇ ਉਹਨੂੰ ਜਿਹਦਾ ਮਰਜ਼ੀ ਕੋਲ ਮਾਈਨ ਹੋਵੇ, ਕੁਛ ਹੋਵੇ, ਪੋਰਟ ਹੋਵੇ, ਜੋ ਵੀ ਹੈ, ਜਿੱਥੇ ਜਿੱਥੇ ਵੀ ਉਹਨੂੰ ਚਾਹੀਦਾ, ਉਹ ਇੱਕ ਵਾਰੀ ਉਂਗਲੀ ਕਰਦੇ ਸਹੀ, ਮੋਦੀ ਦੇ ਕੰਨ 'ਚ ਪਾ ਦੇ ਸਹੀ ਵੀ ਮੇਰਾ ਤਾਂ ਹੁਣ ਆਓ ਜੀ ਕਰਦਾ, ਐਨ ਜਾ ਕੇ ਕਹਿ ਕੋਈ ਨਹੀਂ, ਦੱਸੋ ਕਿੰਨੇ ਚਿਰ 'ਚ ਹੈ ਤੁਹਾਡੇ, ਤੁਸੀਂ ਤਿਆਰ ਰੱਖੋ, ਬਸ ਆਪਾਂ ਕੀ ਕਰਨਾ ਆ, ਚੌਥੇ ਪੰਜਵੇਂ 20 10 15 20% ਦੇ ਹਿਸਾਬ ਦੇ ਨਾਲ ਸਾਰਾ ਖਰੀਦ ਲੈਣਾ, ਕਿਉਂਕਿ ਦਬਕਾ ਚੱਲਦਾ, ਮੇਰਾ ਨਾਂ ਚੱਲਦਾ। ਇਹ ਹਾਲਾਤ ਕਿਹੜੀ ਇਹਦੇ 'ਚ ਦੇਸ਼ ਭਗਤੀ ਆ, ਕਿਹੜੀ ਦੂਜੇ ਪਾਸੇ ਮੈਨੂੰ ਏਜੰਸੀਆਂ ਦਾ ਵੀ ਆਉਂਦਾ ਇੰਜ, ਤੇ ਇਹਨੇ ਇਹ ਤਾਂ ਤੁਹਾਡੀ ਗੱਲ ਦਾ ਜਵਾਬ ਹੈ ਵੀ ਮਾਲ ਐਡਾ ਵੱਡਾ ਇਕੱਠਾ ਕਿਵੇਂ ਹੋਇਆ। ਹੋਰ ਵੀ ਸੁਣੋ, ਹੋਰ ਵੀ ਇੱਕ ਤਰੀਕਾ ਹੁੰਦਾ, ਉਹ ਹੁੰਦਾ ਕਿ ਸ਼ੇਅਰ ਮਾਰਕੀਟ ਦੇ ਵਿੱਚ ਤੁਸੀਂ ਲੋਕਾਂ ਕੋਲੋਂ ਇੱਕ ਗੁੱਡਵਿਲ ਬਣਾ ਕੇ ਇਨਵੈਸਟ ਕਰਵਾਈ ਜਾਣਾ,
ਤੇ ਚੜੀ ਜਾਣਾ। ਹੁਣ ਸਾਰਿਆਂ ਨੂੰ ਪਤਾ ਕਿ ਅਡਾਨੀ ਐਡਾ ਤਕੜਾ ਬੰਦਾ, ਮਿੱਤਰਾਂ ਦਾ ਨਾਂ ਚੱਲਦਾ। ਇਹਦੇ ਸ਼ੇਅਰ ਕਿੱਥੇ ਡੁੱਬਣ ਵਾਲੇ ਆ। ਹਾਂ ਵੀ ਜਦੋਂ ਮਿੱਤਰਾਂ ਦਾ ਨਾਂ ਚੱਲਦਾ, ਮੋਦੀ ਦਾ ਅਡਾਨੀ ਦਾ ਥੋੜ੍ਹੇ ਜਦੋਂ ਉੱਥੇ ਚੱਲਦਾ ਨਾਂ ਸਰਕਾਰੀ ਦਰਬਾਰੇ, ਵੀ ਇਹ ਨਹੀਂ ਇੱਕ ਨੇ ਲਾਇਆ ਜੀ ਮੈਂ 200 ਦਾ ਖਰੀਦਦਾ, ਦੂਜੇ ਨੇ ਕਿਹਾ ਮੈਂ 300 ਦਾ ਖਰੀਦਦਾ, 400 ਦਾ। ਉਹਦੀ ਰੀਅਲ ਵਰਥ 200 ਵੀ ਨਹੀਂ ਹੈਗੀ, ਤੇ ਕਰਾ ਕੇ ਜੇ ਤੁਸੀਂ 2000 ਕਰ ਦੋਗੇ, ਹੈ ਨਾ। ਵੈਸੇ ਸਭ ਲਾਏ ਮੇਰਾ ਖਿਆਲ ਹੈ ਇਸ ਚੱਕਰ 'ਚ ਨੇ ਬਹੁਤਿਆਂ ਨੇ ਵੀ ਲੱਕੜ ਨਾਲ ਲੋਹਾ ਵੀ ਤਰ ਜਾਏਗਾ। ਨਹੀਂ ਹੁੰਦਾ ਤੇ ਹੈ, ਪਰ ਇਹ ਗੈਂਬਲਿੰਗ ਹੈ ਨਾ, ਜੂਆ ਕਿਉਂ ਖੇਡਦੇ ਹੋ ਤੁਸੀਂ। ਪਤਾ ਹੀ ਹੈ ਵੀ ਲਿਫਾਫੇ 'ਚ ਹਵਾ ਭਰੀ ਜਾਂਦੀ, ਇੱਕ ਦਿਨ ਤੇ ਫਟੂਗਾ ਹੀ। ਹਵਾ ਇੰਨਾ, ਉਹਦੀ ਇੱਕ ਕਪੈਸਿਟੀ ਆ, ਉਦੋਂ ਬਾਅਦ ਉਹ ਫਟ ਗਿਆ। ਫੜਨ ਵਾਲੇ ਵੀ ਨਾਲੇ ਹੀ ਬੈਠੇ ਹੁੰਦੇ ਆ, ਕਿਤੇ ਛੱਡਿਆ ਥੋੜ੍ਹੀ ਆ ਕਿਸੇ ਨੇ। ਟਾਟੇ ਨੂੰ ਪਿੱਛੇ ਛੱਡ ਕੀਤਾ, ਹੋਰਨਾਂ ਨੂੰ ਕਈਆਂ ਨੂੰ ਪਿੱਛੇ ਕੀਤਾ ਇਹਨੇ, ਤੇ ਉਹਨਾਂ ਦੇ ਮਨ ਵਿੱਚ ਵੀ ਕੀ ਗੁਜ਼ਰਦੀ ਹੋਊਗੀ, ਯਾਰ ਇਹਨੂੰ ਇਹ ਚਹੇਤਾ ਪੁੱਤ ਬਣਾਤਾ। ਘਰ ਦੇ ਵਿੱਚ ਪ੍ਰਧਾਨ ਮੰਤਰੀ ਤੇ ਸਾਰੇ ਦੇਸ਼ ਦਾ, ਗਰੀਬ ਦਾ ਸਭ ਤੋਂ ਪਹਿਲਾਂ ਹੋਣਾ ਚਾਹੀਦਾ, ਅਮੀਰਾਂ ਦਾ ਤੇ ਸਭ ਤੋਂ ਬਾਅਦ 'ਚ ਹੋਣਾ ਚਾਹੀਦਾ, ਤੇ ਪ੍ਰਧਾਨ ਮੰਤਰੀ ਕਹਿੰਦਾ ਸਭ ਤੋਂ ਪਹਿਲਾਂ ਮੈਂ ਹੈ ਹੀ ਅਡਾਨੀ ਦਾ। ਹੁਣ ਕਿਹੜੇ ਗੁਜਰਾਤੀ ਕਨੈਕਸ਼ਨ ਇਹਦੇ 'ਚ ਆ। ਜਿਹੜੀ ਇਹ ਗੱਲ ਕਿਸੇ ਵੇਲੇ ਕਾਂਗਰਸ ਕਹਿੰਦੀ ਸੀ, ਹਾਲਾਂਕਿ ਕਾਂਗਰਸ ਨੇ ਕੋਈ ਬਹੁਤ ਚੰਗੀਆਂ ਇਤਿਹਾਸ ਤੇ ਨਹੀਂ ਛੱਡਿਆ ਜਿਹਦੇ ਤੇ ਉਹ ਗੌਰਵਮਈ ਇਤਿਹਾਸ ਹੋਵੇ, ਪਰ ਕੁਝ ਗੱਲਾਂ ਜਿਵੇਂ ਹਮ ਦੋ ਹਮਾਰੇ ਦੋ ਨਾਅਰਾ ਦਿੱਤਾ ਸੀ ਵੀ ਅਮਿਤ ਸ਼ਾਹ ਦੇ ਇੱਧਰ ਉਹ, ਇਹ ਵੀ ਗੁਜਰਾਤ ਤੋਂ ਆ ਗਏ, ਅਡਾਨੀ ਅੰਬਾਨੀ ਗੁਜਰਾਤ ਤੋਂ ਆ ਗਏ, ਬਸ ਸਾਰਾ ਦੇਸ਼ ਦੀ ਕਹਾਣੀ ਹਮ ਦੋ ਹਮਾਰੇ ਦੋ 'ਚ ਹੀ ਪੂਰੀ ਹੋ ਜਾਂਦੀ ਹੈ। ਇਹ ਦੇਖਣ ਨੂੰ ਮਿਲ ਰਿਹਾ। ਇਸ ਲਈ ਇਹਨਾਂ ਦੀਆਂ ਤਹਿਕੀਕਾਤਾਂ ਇਹ ਕੋਈ ਪਹਿਲੀ ਵਾਰੀ ਨਹੀਂ ਸੀ ਹੋਈਆਂ, 2-3 ਸਾਲਾਂ ਤੋਂ ਚੱਲ ਰਹੀਆਂ ਸੀ ਮੁੱਖ ਤੌਰ 'ਤੇ। ਫਿਚ ਦਾ, ਹੋਰ ਦਾ, ਮੂਡੀ ਦਾ, S&P ਦਾ, ਉਹ ਸਾਰੀਆਂ ਜਿਹੜੀਆਂ ਰੇਟਿੰਗ ਏਜੰਸੀਜ਼ ਆ ਉਹ ਇਹਨਾਂ ਨੂੰ ਕਹਿ ਰਹੇ ਸੀ ਵੀ ਕੰਮ ਗੜਬੜ ਹੈਗਾ, ਅਲਾਰਮਿੰਗ ਚੱਲ ਰਹੀ ਸੀ ਸਿਚੁਏਸ਼ਨ। ਪਰ ਫਿਰ ਜਦੋਂ ਇਹ ਹਿੰਡਨਬਰਗ ਦੀ ਰਿਪੋਰਟ ਆਈ ਨਾ, ਉਹਨੇ ਤੇ ਸਿਰੇ ਲਾਤੀ ਕਹਾਣੀ। ਉਹ ਕਿਉਂਕਿ ਉਹ ਜਦੋਂ ਕਹਿੰਦੇ ਆ ਹਰ ਇੱਕ ਦੀ ਮਾਰ ਨੂੰ ਤੁਸੀਂ ਜਰ ਸਕਦੇ ਆ, ਪਰ ਜਦੋਂ ਉਹ ਮਾਰਦੇ ਆ ਉਦੋਂ ਤੁਸੀਂ ਬਚਣਾ ਤੁਹਾਡਾ, ਜਾਣੀ ਖੜੱਪੇ ਸੱਪ ਦਾ ਡੰਗ ਜਿਹੜਾ ਔਖਾ, ਉਹ ਤਾਂ ਦੂਰੋਂ ਵੀ ਆਉਂ ਮਾਰਦਾ ਇਹਨਾਂ ਤੇ ਬਥੇਰੀ ਜ਼ਹਿਰ ਸੁੱਟ ਦਿੰਦਾ। ਦੂਜੀ ਗੱਲ, ਇਕੱਲਾ ਇਹ ਹੀ ਨਹੀਂ ਕਿ ਉਹਨੂੰ ਇਨਫਲੇਟ ਕਰਤਾ, ਸ਼ੇਅਰ ਨੂੰ ਪੰਪ ਕਰਕੇ ਇੱਕ ਐਕਸਪੈਕਟੇਸ਼ਨ ਬਣਾ ਕੇ ਲੋਕੀ ਗਾਂਹ ਆਪੋ ਆਪਣਾ ਲਾਈ ਗਏ, ਤੇ ਐਸੈਟ ਦੀ ਵੈਲਿਊ ਵੱਧਦੀ ਹੈ ਨਾ, ਇਸ ਤਰੀਕੇ ਨਾਲ ਵਧਿਆ ਬਹੁਤ। ਦੂਜਾ ਜਿਹੜੀਆਂ ਉਹ ਕੰਪਨੀਆਂ ਦਾ ਹੈ, ਸਾਊਥ ਕੋਰੀਆ ਤੇ ਗਲਫ ਦੀ ਕੋਈ ਕੰਪਨੀ ਪਤਾ ਨਹੀਂ ਦੁਬਈ 'ਚ ਆ, ਫਿਰ 'ਚ ਆ ਕੇ ਮੌਰੀਸ਼ੀਅਸ ਦੇ ਵਿੱਚ, ਔਰ ਇਹਦਾ ਵੱਡੇ ਭਰਾ ਦੇ ਨਾਂ 'ਤੇ ਉਹ ਕੰਪਨੀ। ਇਸ ਕਿਸਮ ਦੀਆਂ ਸਾਰੀਆਂ ਕਹਾਣੀਆਂ ਤੁਸੀਂ ਜੇ ਥੋੜ੍ਹੀ ਜਿਹੀ ਮਿਹਨਤ ਕਰਕੇ ਪੜ੍ਹ ਲਓ ਵੀ ਕਿਵੇਂ ਪੈਸਾ ਬਾਹਰ ਸਾਈਫਨਿੰਗ ਹੋਇਆ, ਜਿਹੜਾ ਇੱਥੇ ਦਾ ਪੈਸਾ ਉਹ ਦਿਖਾਇਆ ਨਹੀਂ, ਤੇ ਜਦੋਂ ਪ੍ਰੋਫਿਟ ਨਹੀਂ ਦਿਖਾਉਣਾ ਟੈਕਸ ਨਹੀਂ ਦੇਣਾ ਪੈਣਾ, ਤੇ ਉਹ ਪੈਸਾ ਬਾਹਰ ਜਿਹੜੀਆਂ ਸ਼ੈਲ ਕੰਪਨੀਆਂ ਜਿਹਨਾਂ ਨੂੰ ਕਹਿੰਦੇ ਆ, ਜਾਲੀ ਕਾਗਜ਼ੀ ਕੰਪਨੀਆਂ, ਉਹਨਾਂ 'ਚ ਪੈਸਾ ਦੇਸ਼ ਤੋਂ ਬਾਹਰ। ਦੇਸ਼ ਭਗਤੀ ਆ ਨਾ, ਇਸ ਕਰਕੇ ਜਿਹੜਾ ਦੇਸ਼ ਦਾ ਪੈਸਾ ਦੇਸ਼ ਚਲਾਉਣ ਦੀ ਜਗ੍ਹਾ। ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਵੱਡਾ ਰੋਲ ਹੈ ਜਿਹੜਾ ਸ਼ੈਲ ਕੰਪਨੀਆਂ ਦਾ ਵੀ ਹੈ, ਜਿਹੜੀਆਂ ਇਹਨਾਂ ਨੇ ਬਣਾਈਆਂ, ਕਿਉਂਕਿ ਸ਼ੈਲ ਕੰਪਨੀਆਂ ਦਾ ਕੰਮ ਹੀ ਇਹੋ ਹੈ, ਸਾਰਾ ਕੁਛ ਉਹ ਹਵਾ 'ਚ ਹੀ ਹੈ। ਬਿਲਕੁਲ ਇਮੈਜੀਨੇਸ਼ਨ। ਹਾਂ, ਨਹੀਂ ਉਹਨਾਂ ਨੇ ਕੰਪਨੀਆਂ, ਮਿਰਗ ਤ੍ਰਿਸ਼ਨਾ, ਹਾਂ ਬਿਲਕੁਲ, ਉੱਥੇ ਇਹਨਾਂ ਨੇ ਲਿਜਾ ਕੇ ਤੇ ਉੱਥੇ ਉਹ ਪੈਸੇ ਨੂੰ ਫਿਰ ਦੁਬਾਰਾ ਇੱਥੇ ਲੈ ਆਉਂਦੇ ਆ, ਉੱਥੋਂ ਦਿਖਾ ਦਿੰਦੇ ਆ ਕਿ ਉਹ ਕੰਪਨੀ ਇੱਥੇ ਇੰਡੀਆ ਦੇ ਵਿੱਚ ਇਨਵੈਸਟ ਕਰ ਰਹੀ ਆ, ਇੱਥੋਂ ਇਨਕਮ ਟੈਕਸ ਤੋਂ ਬਚ ਕੇ ਜਿਹੜਾ 30-40% ਦੇਣਾ ਪੈਂਦਾ ਆ, ਉੱਥੋਂ ਆ ਕੇ ਤੇ ਫਿਰ ਆਪਣਾ ਉਹ ਕਰੀ ਜਾਂਦੇ ਕਿ ਇੱਥੇ ਦੇਸ਼ ਦੇ ਅੰਦਰ ਫੌਰਨ ਦਾ ਧਨ ਆ ਰਿਹਾ, ਫਿਰ ਉਹਨੂੰ ਉੱਧਰ ਚੱਲਦਾ, ਇਸ ਕਿਸਮ ਦਾ ਚੱਲਦਾ। ਦੂਜੀ ਗੱਲ ਮੈਂ ਇਹ ਦੇਖੀ ਹੈ ਕਿ ਜਿਹੜੇ ਵੀ ਕੰਮ ਨੂੰ ਇਹਨੇ ਹੱਥ ਪਾਇਆ, ਉਹ ਸਾਰੇ ਕੰਮ ਦੇ ਵਿੱਚ ਇਹ ਜ਼ਰੂਰ ਦੇਖਣ ਨੂੰ ਮਿਲਿਆ ਕਿ ਇਹਨੇ ਇਹ ਕੋਸ਼ਿਸ਼ ਕੀਤੀ ਕਿ ਮੈਂ ਸਾਰਿਆਂ ਤੋਂ ਨੰਬਰ 1 ਹੋਣਾ ਚਾਹੀਦਾ, ਭਾਵੇਂ ਉਹ ਪਾਵਰ ਟਰਾਂਸਮਿਸ਼ਨ 'ਚ ਆ, ਭਾਵੇਂ ਮੈਂ ਕੋਲ ਦੇ ਵਿੱਚ ਆ, ਭਾਵੇਂ ਹੁਣ ਮੈਂ ਕਿਸੇ ਵੀ ਹੋਰ ਕਿਸਮ ਦੇ ਕੰਮ 'ਚ ਆ, ਐਨਰਜੀ ਪੈਦਾ ਕਰਨ। ਇਹਨੇ ਇਹ ਜ਼ਰੂਰ ਕੋਸ਼ਿਸ਼ ਕੀਤੀ ਹੈ ਕਿ ਨੰਬਰ 1 ਤੇ ਮੈਂ ਰਹਾਂ, ਤੇ ਕਾਫੀ ਹੱਦ ਤੱਕ ਬਾਕੀਦਿਆਂ ਨੂੰ ਪਿੱਛੇ ਛੱਡ ਕੇ ਦੁਨੀਆ ਦੇ ਪਾਵਰਫੁਲ ਬੰਦਿਆਂ 'ਚੋਂ ਸਡਨਲੀ ਇੰਨੀ ਤੇਜ਼ੀ ਨਾਲ ਅੱਗੇ ਵਧਿਆ। ਪਰ ਇਹ ਗੱਲ ਤਾਂ ਹੋਇਆ ਕਿ ਜੇ ਤੁਸੀਂ ਇੰਨਾ ਫਾਸਟ ਤਾਂ ਨੂੰ ਜਾਂਦੇ ਆ, ਤੇ ਜਦੋਂ ਡਿੱਗਦੇ ਆ ਉਦੋਂ ਉਹਦੇ ਨਾਲੋਂ ਜ਼ਿਆਦਾ ਫਾਸਟਰ ਡਿੱਗਦੇ ਹੈਗੇ ਆ। ਜਦੋਂ ਪਹਾੜਾਂ ਦੇ ਵੀ ਚੜ੍ਹਦੇ ਆ ਤੇ ਚੜ੍ਹਨਾ ਬੜਾ ਔਖਾ ਜਿਹਾ ਹੁੰਦਾ, ਤੇ ਜਦੋਂ ਆਉਂਦੇ ਆ ਫਿਰ ਤੇ ਬੰਦਾ ਪੈਰ ਹੀ ਨਹੀਂ ਰੁਕਦੇ, ਡਿੱਗਦਾ ਹੀ ਜਾਂਦਾ। ਤੇ ਇਹ ਡਿੱਗਣ ਵਾਲੀ ਗੱਲ ਇਹ ਹੈ ਕਿ ਅੱਜ ਵੀ ਮੈਂ ਸਵੇਰ ਦਾ ਸ਼ੇਅਰ ਦੇਖ ਰਿਹਾ ਸੀ, ਹੁਣ ਤੇ ਮੇਰਾ ਖਿਆਲ ਉਹ ਬੰਦ ਹੋ ਗਈ ਹੋਣੀ ਆ ਟ੍ਰੇਡਿੰਗ। ਕੱਲ੍ਹ 1853 ਜਾਂ 56 ਦੇ ਉੱਤੇ ਆ ਕੇ ਰੁਕੇ ਸੀਗੇ ਇਹਨਾਂ ਦੇ ਸ਼ੇਅਰ, ਤੇ ਅੱਜ 125 ਤੋਂ 150 ਤੱਕ ਥੱਲੇ ਜਾਣੀ ਚਲੇ ਗਏ ਸੀਗੇ ਸ਼ੇਅਰ। ਜਾਣੀ ਹਰ ਰੋਜ਼ ਹੁਣ ਇਸ ਵੇਲੇ ਇਹਨਾਂ ਦਾ ਟੋਟਲ ਜਿਹੜਾ 24 ਲੱਖ ਕਰੋੜ ਤੱਕ, 25 ਲੱਖ ਕਰੋੜ ਤੱਕ ਐਸੈਟਸ ਸੀਗੇ, ਤੇ ਸਿੱਧਾ ਹੀ 2-3 ਦਿਨਾਂ ਦੇ ਅੰਦਰ ਹੀ ਧੜਮ ਕਰਕੇ 9-10 ਲੱਖ ਕਰੋੜ ਰੁਪਈਆ ਤੇ ਠੀਕਰੀਆਂ ਬਣ ਗਿਆ, ਇੰਝ ਸਮਝ ਲਓ, ਉੱਡ ਗਿਆ ਸ਼ੇਅਰ ਮਾਰਕੀਟ 'ਚੋਂ, ਜਾਂ ਉਹਦੀ ਵਰਥ 'ਚੋਂ ਉੱਡ ਗਿਆ। ਹੁਣ ਜਿਹੜੇ ਬਾਕੀ ਦੇ ਤਕਰੀਬਨ ਅੱਧ ਬਚਿਆ, ਉਹਦੇ 'ਚੋਂ
100 ਡਿਗਰੀ ਥੱਲੇ ਹਰ ਰੋਜ਼ ਹੀ ਡਿੱਗ ਪੈਂਦਾ। ਕੱਲ੍ਹ ਵੀ ਡਿੱਗਿਆ ਸੀ, ਅੱਜ ਫਿਰ 100 ਸਵਾ 100 150 ਦੇ ਤੱਕ ਡਿਪੈਂਡ ਕਰਦਾ ਕਿ ਕਿੰਨਾ ਕੁ ਕੀ ਟ੍ਰੇਡਿੰਗ ਹੁੰਦੀ ਹੈ। ਪਰ ਅੱਜ ਵੀ ਕੱਲ੍ਹ ਵੀ ਨੈਗੇਟਿਵ ਸੀ, ਅੱਜ ਵੀ ਨੈਗੇਟਿਵ ਸੀ। ਹੋ ਸਕਦਾ ਹੋਰ 10 ਦਿਨਾਂ ਤੱਕ ਇਹਦੀ ਜਿਹੜੀ ਅਸਲੀ ਵਰਥ ਆ ਉਹ ਹੈਗੀ ਹੈ ਜਿਹੜੀ ਲੋਕਾਂ ਨੇ ਰੇਟ ਕੀਤੀ ਕੰਪਨੀਆਂ ਨੇ 9 950 ਤੱਕ। ਮੇਰੇ ਮੁਤਾਬਕ ਜੇ ਥੋੜ੍ਹਾ ਜਿਹਾ ਮੋਦੀ ਦਾ ਹੋਰ ਵੀ ਹੈਲਪਿੰਗ ਹੈਂਡ ਲਾ ਲਓ ਤੇ ਜੋ ਅੱਜ 1600 1700 1600 1650 ਇਸ ਤਰ੍ਹਾਂ ਡਿੱਗ ਰਹੀ ਸੀ ਸ਼ੇਅਰ ਇਹਦੀ ਮਾਰਕੀਟ ਵੈਲਿਊ, ਉਹ ਅਲਟੀਮੇਟਲੀ 1200 ਦੇ ਅਰਾਊਂਡ ਇਟ ਵਿਲ ਹਾਵਰ ਅਰਾਊਂਡ। ਹੋਰ ਤੁਸੀਂ 8-10 ਦਿਨ ਤੱਕ ਤੁਸੀਂ ਦੇਖੋਗੇ ਕਿ ਉੱਥੇ ਉਹ ਉਹਦੀ ਅਸਲੀ ਵੈਲਿਊ ਹੋਊਗੀ। ਫਿਰ ਉਹ ਤੋਂ ਬਾਅਦ ਹੌਲੀ 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 ਜੇ ਵੱਧਦੀ ਹੈ ਤੇ ਵੱਧਦੀ। ਹੁਣ ਅਸਲੀ ਸਵਾਲ ਤੇ ਤੁਸੀਂ ਆਓ, ਜਿਹੜਾ ਅਸਲੀ ਸਵਾਲ ਆ ਵੀ ਜੇ ਤੇ ਬਫਰਜ਼ ਆ ਫਿਰ ਰੌਲਾ ਪੂਰਾ ਰਾਜੀਵ ਗਾਂਧੀ ਵਾਲਾ। ਇਹ 2 ਡਿਫੈਂਸ ਦੇ ਰਹੇ ਆ ਸਾਡੇ ਤੇ ਹਮਲਾ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਹਿੰਡਨਬਰਗ ਉਹ ਤੇ ਕਿਉਂਕਿ ਅਸੀਂ ਰੂਸ ਦੇ ਨਾਲ ਆ, ਕਿਉਂਕਿ ਅਸੀਂ ਉਹਨਾਂ ਦਾ ਕੱਚਾ ਤੇਲ ਲਿਆ ਕੇ ਵੇਚ ਰਹੇ ਹਾਂ, ਕਿਉਂਕਿ ਅਸੀਂ ਉਹਨਾਂ ਨੂੰ ਰਾਹਤ ਦੇ ਰਹੇ ਹਾਂ ਜੰਗ ਦੇ ਵਿੱਚ, ਕਿਉਂਕਿ ਯੂਰਪ ਤੇ ਸਾਰਾ ਅਮਰੀਕਾ ਇਕੱਠਾ ਹੋ ਕੇ ਯੂਕਰੇਨ ਦੀ ਪਿੱਠ ਤੇ ਖੜਾ ਔਰ ਲਗਾਤਾਰ ਉਹਨਾਂ ਨੂੰ ਫੰਡ ਵੀ ਪੈਸੇ ਵੀ ਹਰ ਕਿਸਮ ਦੀ ਹਥਿਆਰ ਵੀ ਸਹਾਇਤਾ ਦੇ ਰਿਹਾ। ਇਹ ਕਿਉਂਕਿ ਰੂਸ ਨਾਲ ਖੜੇ, ਹਾਲਾਂਕਿ ਇਹ ਉਸ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ, ਪਰ ਉਹਦਾ ਤੇਲ ਖਰੀਦ ਕੇ ਉਹਨੂੰ ਸਹਾਇਤਾ ਦੇ ਰਹੇ ਆ। ਇਹ ਕਹਿ ਰਿਹਾ ਕਿ ਸਾਡੇ ਨਾਲ ਉਹ ਕਿੜ ਕੱਢੀ ਜਾ ਰਹੀ ਹੈ। ਹਿੰਡਨਬਰਗ ਦੀ ਰਿਪੋਰਟ ਕੁਛ ਨਹੀਂ ਹੈ, ਹੰਬਗ ਹੈਗੀ ਆ। ਔਰ ਉਹਨਾਂ ਨੇ ਸਾਡੇ ਵਰਗੇ ਦੇਸ਼ ਭਗਤ ਬੰਦੇ ਤੇ ਜਿਹੜਾ ਅਡਾਨੀ ਆ ਉਹਦੇ ਤੇ ਹਮਲਾ ਕਰਤਾ, ਜਿਹੜਾ ਕਿ ਦੇਸ਼ ਤੇ ਹੀ ਹਮਲਾ ਸਮਝੋ। ਇੱਕ ਤੇ ਇਹ ਗੱਲ ਕਹਿ ਰਹੇ। ਦੂਜਾ ਜਿਹੜੀ BBC ਵਾਲੀ ਵੀ ਆ ਉਹ ਵੀ ਉਸੇ ਤਰਜ ਵਿੱਚ ਬੀਜੇਪੀ ਕਹਿ ਰਹੀ ਹੈ ਕਿ ਉਹ ਹੁਣੇ ਰਿਪੋਰਟ ਕਿਉਂ ਰਿਲੀਜ਼ ਕੀਤੀ, ਕਿਉਂਕਿ 2024 ਦੇ ਵਿੱਚ ਆਉਣਾ। ਹੁਣ ਇੰਨੀ 2002 ਨੂੰ ਕਿੰਨੇ ਸਾਲ ਹੋ ਗਏ ਆ, 20 ਸਾਲ ਦੇ ਬਾਅਦ ਇਹੋ ਜਿਹੀ ਗੱਲ ਫਿਲਮ ਅੱਗੇ ਲਿਆਉਣ ਦੀ ਜਾਂ ਸੀਰੀਅਲ ਬਣਾਉਣ ਦੀ ਕੀ ਸੀਰੀਅਲਾਈਜ਼ ਕਰਨ ਦੀ ਕੀ ਲੋੜ ਸੀ। ਸਾਡਾ ਸਵਾਲ ਇਹਦੇ ਉਲਟ ਹੈਗਾ ਵੀ ਜੇ ਉਹਦੇ 'ਚ ਕੱਖ ਨਹੀਂ ਹੈਗਾ ਤੁਹਾਨੂੰ ਦੇਖਣ ਦਿਓ, ਲੋਕਾਂ ਨੂੰ ਖੁੱਲ੍ਹ ਕੇ ਦੇਖਣ ਦਿਓ। ਭਾਈ ਤੁਸੀਂ ਕਿਸੇ ਦੀ ਵੀ ਆਵਾਜ਼ ਨੂੰ ਕਿਸੇ ਰਿਪਿਊਟਡ ਮੀਡੀਆ, ਮੈਂ ਨਹੀਂ ਕਹਿੰਦਾ ਕਿ ਉਹਨਾਂ ਦੇ ਆਪਣੇ ਕੋਈ ਮੁੱਦੇ ਨਹੀਂ ਹੋਣਗੇ, ਪ੍ਰਾਇਓਰਿਟੀਜ਼ ਨਹੀਂ ਹੋਣਗੀਆਂ BBC ਦੀਆਂ, ਉਹ ਕੋਈ ਨਿਊਟਰਲ ਮੀਡੀਆ ਨਹੀਂ ਹੈਗਾ, ਉਹਨਾਂ ਦੀਆਂ ਆਪਣੀਆਂ ਪ੍ਰਾਇਓਰਿਟੀ, ਕਿਸੇ ਦਾ ਆਪੋ ਆਪਣਾ ਏਜੰਡਾ, ਬਿਲਕੁਲ ਏਜੰਡਾ ਹੁੰਦਾ ਆ ਕੰਪਨੀ ਨੇ। ਪਰ ਫਿਰ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਉਹਨਾਂ ਨੇ ਬਣਾਈ ਹੈ ਤੇ ਬਿਲਕੁਲ ਹੀ ਇੱਕ ਪਾਸੇ ਹੀ ਸਾਰਾ ਕੁਝ ਲਾਤਾ। ਹਾਂ, ਜੇ ਲਾਇਆ ਤੇ ਦੋਹਾਂ ਹੀ ਕੇਸਾਂ ਦੇ ਵਿੱਚ ਪ੍ਰਧਾਨ ਮੰਤਰੀ ਤੇ ਅਡਾਨੀ ਪੈਸੇ ਤੇ ਇਹਨਾਂ ਕੋਲ ਘੱਟ ਨਹੀਂ, ਕਿਉਂ ਨਹੀਂ ਉਹਦੇ ਤੇ ਉਹਨਾਂ ਤੇ ਕੇਸ ਕਰਦੇ, ਉਹ ਕੰਪਨੀ ਤੇ ਕੇਸ ਕਰਨ, ਹਿੰਡਨਬਰਗ ਤੇ ਵੀ ਕੇਸ ਕਰਨ ਕਿ ਸਾਡਾ ਮਾਣਹਾਨੀ ਦਾ ਅਸੀਂ ਕਰਦੇ ਹਾਂ, ਸਾਡੀ ਇਸ ਇੱਜ਼ਤ ਨੂੰ ਧੱਕਾ ਲੱਗਾ, ਸਾਡੇ ਦੇਸ਼ ਨੂੰ ਧੱਕਾ ਲੱਗਾ, ਪੂਰਾ ਦੇਸ਼ ਸਾਡੇ ਨਾਲ ਆ, ਤੁਸੀਂ ਕੌਣ ਹੁੰਦੇ ਆ ਸਾਨੂੰ ਇਹ ਚੋਰ ਕਹਿਣ ਵਾਲੇ। ਦੇਸ਼ ਭਗਤੀ ਤੇ ਵੱਡਾ ਸਵਾਲ ਕੀਤਾ, ਬਿਲਕੁਲ ਕੀਤਾ ਹੈਗਾ। ਤੇ ਇਸੇ ਤਰ੍ਹਾਂ BBC ਨੂੰ ਉਹਨੂੰ ਬੰਦ ਕਰਨ ਦੀ ਜਗ੍ਹਾ ਸਗੋਂ ਕਹਿੰਦੇ ਲਓ ਜੀ ਖੁੱਲ੍ਹ ਕੇ ਦੇਖੋ ਕੀ ਹੈ ਇਹਦੇ 'ਚ, ਦੱਸੋ ਜੀ, ਇੱਕ ਵੀ ਸੱਚ ਨਹੀਂ ਹੈ, ਝੂਠ ਆ ਜੀ। ਇੱਕ ਆਪਣੀ ਪੈਰਲਲ ਹੋਰ ਵੀਡੀਓ ਬਣਾ ਕੇ ਛੱਡ ਦਿੰਦੇ, ਹੋਰ ਫਿਲਮ ਬਣਵਾ ਕੇ ਛੱਡ ਦਿੰਦੇ, ਜਿਵੇਂ ਕਿ ਪ੍ਰਧਾਨ ਮੰਤਰੀ ਵਾਲੀ ਬਣਾਈ ਸੀਗੀ। ਹਾਂ, ਤਾਂ ਉਸ ਤਰ੍ਹਾਂ ਕੀਤਾ ਜਾ ਸਕਦਾ ਹੁੰਦਾ। ਤੁਸੀਂ ਖੁਦ ਹੀ ਲੋਕਾਂ ਨੂੰ ਇਹ ਸੋਚਣ ਤੇ ਕਹਿਣ ਲਈ ਮਜਬੂਰ ਕਰ ਰਹੇ ਆ ਕਿ ਦਾਲ 'ਚ ਕੁਛ ਕਾਲਾ ਕਾਲਾ। ਤੇ ਜੇ ਅਜੇ ਤੇ ਲੋਕ ਦਾਲ 'ਚ ਕਾਲਾ ਕਾਲਾ ਦੇਖਦੇ ਆ, ਜੇ ਦਾਲ ਪੂਰੀ ਦੇਖ ਲਈ ਤਾਂ ਫਿਰ ਹੋਰ ਔਖਾ ਹੋ ਜਾਊਗਾ। ਔਰ 2024 'ਚ ਹੋ ਸਕਦਾ ਇਸ ਗੱਲ ਦਾ ਖਮਿਆਜਾ ਭੁਗਤਣਾ ਪਏ। ਪਰ ਮੈਂ ਇੱਕ ਨਿੱਕੀ ਗੱਲ ਜ਼ਰੂਰ ਇੱਥੇ ਐਡ ਕਰਨੀ ਚਾਹੁੰਦਾ, ਇਹਦੇ ਨਾਲੋਂ ਵੱਧ ਰਾਜਨੀਤਿਕ ਤਿਲਕਣਬਾਜ਼ੀ ਤੇ ਰਾਜਨੀਤਿਕ ਜਿਹੜੀ ਖਸਤਾ ਹਾਲਤ ਮੋਦੀ ਦੇ ਇਮੇਜ ਦੀ ਪਿਛਲੇ 9 ਸਾਲਾਂ 'ਚ ਨਹੀਂ ਹੋਈ। ਇਹ ਪਹਿਲੀ ਵਾਰੀਆਂ ਕਿ ਫਰੰਟਲ ਤੌਰ ਦੇ ਉੱਤੇ ਇੰਨੀ ਕਿਰਕਰੀ ਹੋਈ ਹੋਵੇ, ਸਾਫ਼ ਇੱਕ ਨਜ਼ਰ ਆ ਰਿਹਾ ਹੋਵੇ, ਹਰ ਬੰਦੇ ਨੂੰ ਪਤਾ ਹੋਵੇ ਕਿ ਇਹਨੇ ਤੇ ਕਿਸਾਨਾਂ ਦੁਨੀਆ ਭਰ ਦੇ ਲੋਕਾਂ ਨੂੰ, ਕੱਲੇ ਭਾਰਤ 'ਚ ਨਹੀਂ ਦੁਨੀਆ ਭਰ ਦੇ ਲੋਕਾਂ ਨੂੰ ਪਤਾ ਹੈ ਕਿ ਅਡਾਨੀ ਕੌਣ ਹੈ, ਕੀ ਕੀਤਾ, ਅਡਾਨੀ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ, ਪ੍ਰਧਾਨ ਮੰਤਰੀ ਅਡਾਨੀ ਨੂੰ ਕਿਸ ਤਰ੍ਹਾਂ ਸਿਕਿਉਰ ਕਰ ਰਹੇ ਨੇ। ਨਹੀਂ, ਬਿਲਕੁਲ ਉਹਨਾਂ ਨੂੰ ਏਜੰਸੀਆਂ ਨੂੰ ਕਿਹਾ ਹੋਇਆ ਬਸ ਵੀ ਤੁਸੀਂ ਜਿੱਥੇ ਜਿਹੜਾ ਮਾਲ ਚਾਹੀਦਾ ਉਹਨੂੰ ਤੁਸੀਂ ਜਾ ਕੇ ਥੋੜ੍ਹਾ ਖੁੜਕਾ ਜਿਹਾ ਕਰਨਾ, ਕਾਗਜ਼ ਕੂਗਜ਼ ਕੰਪਿਊਟਰ ਚੁੱਕ ਕੇ ਲਿਆਉਣੇ, ਫੋਨ ਚੁੱਕ ਕੇ ਲਿਆਉਣੇ ਆ, ਅਤੇ 2 ਕੁ ਮਹੀਨੇ ਉਹਨਾਂ ਨੂੰ ਇੱਧਰ ਉੱਧਰ ਪੇਸ਼ੀਆਂ ਪਵਾਓ, ਉਹ ਤੰਗ ਹੋ ਕੇ ਭੱਜ ਜਾਣਗੇ। ਕਿਹੜਾ ਬੰਦਾ ਰਿਪਿਊਟਡ ਬੰਦਾ ਜਿਹੜਾ ਉਹ ਇੱਥੇ ਇਹ ਤਾਂ ਕਹਿੰਦੇ ਆ ਕਿ ਕੰਮ, ਮੈਨੂੰ ਤਾਂ ਲੱਗਦਾ ਇਹ ਤਾਂ ਦੇਸ਼ ਦੇ ਵਿੱਚ ਭੱਜ ਜਾਣਗੇ। $5 ਟ੍ਰਿਲੀਅਨ ਦੇ ਇਕੋਨਮੀ ਬਣਾਉਣ ਨੂੰ ਫਿਰਦੇ ਆ। ਜੇ ਇਸ ਤਰ੍ਹਾਂ ਦਾ ਹੀ 2 ਨੰਬਰੀ ਬੰਦੇ ਇੱਥੇ ਤੁਸੀਂ ਸਰਕਾਰ ਆਪਣਾ ਨਿੱਜੀ, ਇਹਨੂੰ ਕਹਿੰਦੇ ਕਰੋਨੀ ਕੈਪੀਟਲਿਜ਼ਮ, ਇਹਦਾ ਲੰਗੋਟੀ ਦੇ ਯਾਰਾਂ ਨੂੰ ਫੇਵਰ ਕਰਨਾ ਔਰ ਡਟ ਕੇ ਕਰਨਾ। ਮੇਰੀ ਸਵੇਰੇ ਅੱਜ ਕਿਸੇ ਨਾਲ ਬਹਿਸ ਹੋ ਗਈ, ਉਹ ਕਹਿੰਦਾ ਕਰੂੰਗੇ, ਕਿਉਂ ਨਹੀਂ ਕਰੂੰਗੇ, ਸਾਡਾ ਯਾਰ ਆ, ਲੋ ਹੱਥ ਦੋ। ਜਾਣੀ ਜਿਹੜੇ ਉਹਨਾਂ ਦੇ ਅੰਨੇ ਭਗਤ ਹੈਗੇ ਉਹ ਇਸ ਗੱਲ ਦੇ ਸ਼ਰਮਿੰਦੇ ਹੋਣ ਦੀ ਜਗ੍ਹਾ, ਨੱਕ ਚੱਪਣੀ 'ਚ ਡੋਬਣ ਦੀ ਜਗ੍ਹਾ, ਆਪਾਂ ਚੱਪਣੀ 'ਚ ਪਾਣੀ ਪਾ ਕੇ ਕਹਿੰਦੇ ਹੁੰਦੇ ਆ, ਇਹ ਡੋਬਣ ਦੀ ਜਗ੍ਹਾ ਉਹ ਖੁਸ਼ ਆ ਵੀ ਲੈ ਜੀ ਇਹਦੇ 'ਚ ਕਿਹੜੀ ਮਾੜੀ ਗੱਲ ਆ, ਉਹ ਹੈਗਾ ਤੇ ਯਾਰ ਹੈਗਾ, ਉਹਨੂੰ ਕੀਤਾ ਤੇ ਕੀਤਾ, ਕਰ ਲਓ ਜੋ ਕਰਨਾ। ਇਹ ਇੱਕ
ਬੜੀ ਖਤਰਨਾਕ ਹਾਲਾਤ ਦੇਸ਼ ਦੇ ਅੰਦਰ ਪੈਦਾ ਹੋ ਰਹੇ ਆ ਹੂੰ। ਭਈ ਵੱਡਾ ਰੋਲ ਕਿਤੇ ਨਾ ਕਿਤੇ ਇਹ ਸਾਰੇ 'ਚ ਗੋਦੀ ਮੀਡੀਆ ਦਾ ਵੀ ਹੈ। ਗੋਦੀ ਮੀਡੀਆ ਦਾ ਤੇ ਹੈ ਹੀ ਹੈ। ਜਦ ਬਾਕੀ ਕੱਲੀ ਕੱਲੀ ਵਿਕਟ ਡਿੱਗਦੀ ਹੀ ਜਾਂਦੀ ਹੈ, ਈਡੀ, CBI, IB, ਜਦੋਂ ਉਹ ਡਿੱਗੀ ਤੁਰੇ ਜਾਂਦੇ ਆ, ਇਲੈਕਸ਼ਨ ਕਮਿਸ਼ਨ, ਕੋਰਟਾਂ, ਆ ਜਿਹੜਾ ਅੱਜ ਵੀ ਕਿਸੇ ਨੂੰ ਗਵਰਨਰ ਲਾਇਆ ਉਹਦੇ ਬਾਰੇ ਬੜੀ ਚਰਚਾ ਹੋ ਰਹੀ ਹੈ। ਹਾਂ, ਨਜ਼ੀਮ ਜੱਜ ਸਾਹਿਬ ਗਵਰਨਰ ਲੱਗੇ, ਹਾਂ ਸਾਬਕਾ ਜੱਜ, ਹਾਂ ਬਿਲਕੁਲ, ਜਿਨ੍ਹਾਂ ਨੇ ਨੋਟਬੰਦੀ ਨੂੰ ਸਹੀ ਦਰਸਾਇਆ ਸੀ। ਹਾਂ, ਤੇ ਅਯੁੱਧਿਆ ਦੇ ਫੈਸਲੇ ਵਿੱਚ ਵੀ ਸੀਗੇ। ਗਗੋਈ ਨੂੰ ਵੀ ਪਹਿਲਾਂ ਤੁਸੀਂ MP ਬਣਾਤਾ ਰਾਜ ਸਭਾ ਦਾ, ਹੁਣ ਇਹਨੂੰ ਗਵਰਨਰ ਲਾਤਾ, ਦਈ ਚਲੋ ਗੱਫੇ। ਇਥੋਂ ਇਹ ਕਲੀਅਰ ਹੈ ਕਿ ਜਿਹੜੇ ਜੱਜ ਨੇ ਆਪਣੀ ਡਿਊਟੀ ਤੇ ਹੁੰਦਿਆਂ ਉਹ ਸਰਕਾਰਾਂ ਦੇ ਕਹਿਣ ਤੇ ਸਰਕਾਰਾਂ ਦੇ ਹੀ ਕੰਮ ਕਰਦੇ ਨੇ, ਸਰਕਾਰ ਪੱਖੀ, ਮਤਲਬ ਉਹਨਾਂ ਕੋਲੋਂ ਵੀ ਕਿਤੇ ਨਾ ਕਿਤੇ ਮਤਲਬ ਨਿਆਂ ਦੀ ਜਿਹੜੀ ਉਮੀਦ ਹੈ ਕਿ ਇਹ ਬਿਲਕੁਲ ਨਿਊਟਰਲ ਹੋਏਗਾ, ਉਹ ਮੁਸ਼ਕਲ ਆ। ਬਿਲਕੁਲ ਤੇਜਿੰਦਰ, ਸਾਰਿਆਂ ਨੂੰ ਖੈਰ ਆਪਾਂ ਇੱਕੋ ਲਪੇਟੇ 'ਚ ਨਹੀਂ ਲਪੇਟ ਸਕਦੇ, ਬਹੁਤ ਸਾਰੇ ਇਦਾਂ ਦੇ ਨੇ ਜਿਹੜੇ ਖੜਦੇ ਵੀ ਨੇ, ਇਮਾਨਦਾਰ ਨੇ ਬਿਲਕੁਲ। ਉਹ ਤੇ ਅਸੀਂ ਸਾਰੇ ਕੰਮ ਮੋਦੀ ਦੇ ਵੀ ਮਾੜੇ ਨਹੀਂ ਕਹਿ ਸਕਦੇ, ਕਿਤੇ 5-10% ਚੰਗੇ ਵੀ ਹੋਣਗੇ, ਇਹੋ ਜਿਹੀ ਗੱਲ ਨਹੀਂ ਹੈ। ਹਰ ਬੰਦੇ 'ਚ ਜਾਂ ਹਰ ਸੰਸਥਾ ਦੇ ਵਿੱਚ ਸਾਰੇ ਬੰਦੇ ਜਾਂ ਇਕਸਾਰਤਾ ਨਹੀਂ ਹੁੰਦੀ ਹੈ। ਤੁਹਾਡੇ ਐਕਸ਼ਨ ਵੀ ਕੁਝ ਚੰਗੇ ਹੁੰਦੇ, ਕੁਝ ਮਾੜੇ ਹੁੰਦੇ। ਤਾਂ ਉਹ ਤੁਹਾਡੀ ਗੱਲ ਮੰਨਣ ਵਾਲੀ, ਸਾਰੀ ਪੁਲਿਸ ਮਾੜੀ ਨਹੀਂ ਹੈ, ਸਾਰੇ ਜੱਜ ਮਾੜੇ ਨਹੀਂ ਹੈ, ਪਰ ਉਹ ਵੀ ਜੱਜ ਹੀ ਸੀ ਜਿਨ੍ਹਾਂ ਨੇ ਉਦੋਂ ਇਹ ਕੋਰਟ 'ਚ ਬਹਿ ਕੇ ਪ੍ਰੈਸ ਕਾਨਫਰੰਸ ਕਰਕੇ ਪਹਿਲੀ ਵਾਰੀ ਸੁਪਰੀਮ ਕੋਰਟ ਦੀ ਹਿਸਟਰੀ 'ਚ ਕਹਿ ਦਿੱਤਾ, ਸਿਟਿੰਗ ਜੱਜਾਂ ਨੇ, ਕਿ ਸਭ ਕੁਝ ਚੰਗਾ ਨਹੀਂ ਜੇ। ਇੱਕ ਵਾਰਨਿੰਗ ਹੈਗੀ ਹੈ। ਤੇ ਜਦੋਂ ਜਿੱਥੇ ਲਾਸਟ ਆਖਰੀ ਉਮੀਦ ਹੁੰਦੀ ਹੈ ਹਰ ਬੰਦੇ ਦੀ, ਉਹ ਹੁੰਦੀ ਕੋਰਟ। ਤੇ ਜਦੋਂ ਉਹਦੀ ਇੰਨੀ ਖਸਤਾ ਹਾਲਤ ਹੋ ਗਈ, ਤੇ ਫਿਰ ਤੁਸੀਂ ਇਹ ਹਿਸਾਬ ਲਾ ਲਓ, ਤੁਸੀਂ ਇਕੱਲੇ ਮੀਡੀਆ ਨੂੰ, ਕਿ ਮੈਨੂੰ ਤਾਂ ਲੱਗਦਾ ਹਵਾ ਹੀ ਉਤ ਗਿਆ। ਇੱਥੇ NDTV ਇੱਕੋ ਵਾਹਦ ਚੈਨਲ ਸੀ ਜਿਹਦੇ ਵਿੱਚ ਰਵੀਸ਼ ਕੁਮਾਰ ਜਾਂ ਹੋਰ ਬੰਦੇ ਕੁਛ ਜੈਨੂਅਨ ਧਰਾਤਲ ਦੀ ਰਿਪੋਰਟ, ਜਿਹੜਾ ਕਾਊਂਟਰ ਪੁਆਇੰਟ ਲੈ ਕੇ ਆਉਂਦੇ ਸੀ। ਉਹ ਕਿਸੇ ਦੇ ਬਿਲਕੁਲ ਉਹ ਇੰਜ ਨਹੀਂ ਸੀਗੇ ਕਿ ਉਹ ਵਿਰੋਧ ਵਿੱਚ ਸੀਗੇ, ਪਰ ਉਹ ਇੱਕ ਬੈਲੈਂਸਡ ਰਿਪੋਰਟ ਦਿੰਦੇ ਸੀ ਤਾਂ ਕਿ ਜਿਹੜਾ ਵਿਰੋਧ ਦਾ ਵੀ ਉਨਾ ਸੁਣੋ ਜਿੰਨਾ ਕਿ ਰੂਲਿੰਗ ਦਾ ਸੁਣੋ। ਉਹ ਬਰਦਾਸ਼ਤ ਨਹੀਂ ਹੋਇਆ, ਅਡਾਨੀ ਨੇ ਖਰੀਦ ਲਿਆ, ਉਹਦੇ ਸਾਰੇ ਸ਼ੇਅਰ ਕਰੇ ਚੱਕ ਕੇ ਬਾਹਰ ਮਾਰੇ ਰਵੀਸ਼ ਹੁਣੀ। ਹੁਣ ਜਦੋਂ ਇਸ ਕਿਸਮ ਦੀ ਦਾਦਾਗਿਰੀ ਹੋਵੇ ਦੇਸ਼ ਦੇ ਅੰਦਰ, ਇੱਕ ਗੱਲ ਸਮਝੋ ਕਿ ਡੈਮੋਕ੍ਰੇਸੀ ਨੂੰ ਤੇ ਜਿਹੜੀ ਆਵਾਜ਼ ਅੱਜ ਅਸੀਂ ਬੈਠ ਕੇ ਰਿਕਾਰਡ ਕਰ ਰਹੇ ਹਾਂ ਨਾ, ਇਹ ਜ਼ਰੂਰੀ ਨਹੀਂ ਹੈ ਕਿ ਇੰਝ ਹੀ ਰਿਕਾਰਡ ਹੁੰਦੇ ਰਹਿਣ। ਹਾਂ, ਇਹ ਇਹੋ ਜਿਹਾ ਸਾਡਾ ਕਿਸੇ ਵੇਲੇ ਵੀ ਕੋਈ ਵੀ ਵੱਡੇ ਪੱਧਰ 'ਤੇ ਗਾਜ ਗਿਰ ਸਕਦੀ ਆ। ਬਈ ਦੇਖੋ, ਜੇ ਤੇ ਤੁਸੀਂ ਮੋਦੀ ਦੇ ਭਗਤ ਬਣ ਕੇ ਕੀਰਤਨ ਕਰਨਾ ਉਹਦੇ ਹੱਕ 'ਚ ਕੁਛ, ਤੇ ਜੀ ਸਦਕੇ ਜੋ ਮਰਜ਼ੀ ਕਰੋ, 4 ਪੈਸੇ ਵੀ ਦੇਵਾਂਗੇ, ਸਹੂਲਤਾਂ ਵੀ ਦੇ ਦਾਂਗੇ। ਤੇ ਜੇ ਤੁਸੀਂ ਸਿੰਪਲੀ ਆਪਣਾ ਪ੍ਰੋਫੈਸ਼ਨਲਿਜ਼ਮ ਤੇ ਅਸਲ ਮਾਨਿਆਂ ਵਾਲੀ ਦੇਸ਼ ਭਗਤੀ ਤੇ ਧਰਤੀ ਭਗਤੀ ਤੇ ਲੋਕ ਭਗਤੀ ਦਿਖਾਉਣੀ ਆ, ਤੇ ਫਿਰ ਉਹ ਕਹਿਣਗੇ ਕਿ ਆਪਣਾ ਦੇਖ ਲਓ ਤੁਸੀਂ ਕਿੰਨੇ ਕੁ ਦਿਨ ਇੰਝ ਕਰਨਾ। ਉਹਨਾਂ ਕੋਲ ਸਾਰੀਆਂ ਕਿਸਮ ਦੀਆਂ ਸ਼ਕਤੀਆਂ ਉਹ ਆਲਰੈਡੀ ਹਥਿਆ ਚੁੱਕੇ ਆ, ਡਰਾ ਕੇ, ਧਮਕਾ ਕੇ ਜਾਂ ਲਲਚਾ ਕੇ, ਕਿਸੇ ਵੀ ਤਰੀਕੇ ਨਾਲ ਕੀਤੀਆਂ। ਕਈਆਂ ਨੂੰ ਲਾਲਚ ਦਿੱਤਾ ਹੋਊਗਾ, ਕਿਸੇ ਨੂੰ ਡਰਾਇਆ ਹੋਊਗਾ, ਕਿਸੇ ਨੂੰ ਕੋਈ ਬਲੈਕਮੇਲ ਕੀਤਾ ਹੋਊਗਾ, ਪਰ ਹਾਲਾਤ ਇਹ ਹੈ ਕਿ ਜੋ ਇੱਕ ਅਸੀਂ ਕੌਨਸਟੀਟਿਊਸ਼ਨਲ ਦੇਸ਼ ਦੇ ਅੰਦਰ ਵਿਵਸਥਾ ਦੀ ਗੱਲ ਕਰਦੇ ਹਾਂ, ਉਹ ਬਿਲਕੁਲ ਕਾਨੂੰਨ ਦੇ ਰਾਜ ਤੋਂ ਅਸੀਂ ਬਹੁਤ ਤੇਜ਼ੀ ਨਾਲ ਪਰੇ ਹਟਦੇ ਜਾ ਰਹੇ ਹਾਂ। ਇਹ ਜਦੋਂ ਓਵਰਆਲ ਮਾਹੌਲ ਮੈਨੂੰ ਅੱਜ ਦੀ ਤਰੀਕ ਦੇ ਵਿੱਚ ਅਡਾਨੀ ਦੇ ਸਾਰੇ ਐਪੀਸੋਡ ਤੋਂ ਬਾਅਦ ਹੋਰ ਵੀ ਕਲੀਅਰ ਹੁੰਦਾ ਨਜ਼ਰ ਆ ਰਿਹਾ। ਨਹੀਂ ਤੇ ਇਹ ਕਿਵੇਂ ਪੋਸੀਬਲ ਹੈ, ਤੁਸੀਂ ਮੈਨੂੰ ਇਹ ਦੱਸੋ ਕਿ ਕਿਸੇ ਵੀ ਦੇਸ਼ ਦੇ ਵਿੱਚ ਐਡਾ ਵੱਡਾ ਰੌਲਾ ਰੱਪਾ, ਐਡੀ ਵੱਡੀ ਅਰਥ ਵਿਵਸਥਾ ਦਾ ਪਿਆ ਹੋਵੇ, ਤਾਂ ਪ੍ਰਧਾਨ ਮੰਤਰੀ ਇਸ ਗੱਲ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਨਾ ਸਮਝਣ ਕਿ ਮੈਂ ਆ ਕੇ TV ਤੇ ਕੋਈ ਗੱਲ ਕਰਾਂ। ਕੋਈ ਛੋਟੀ ਮੋਟੀ ਇੱਕ ਇੰਡੀਵਿਜੂਅਲ ਕ੍ਰਾਈਮ ਦੀ ਗੱਲ ਥੋੜ੍ਹੀ ਹੈਗੀ ਹੈ। ਇਹ ਤੇ ਖੁਦ ਸਿੱਧਾ ਉਹਨਾਂ ਦੇ ਨਾਲ, ਉਹਨਾਂ ਦੇ ਜੋਟੀਦਾਰ ਦੇ ਨਾਲ ਸਿੱਧੇ ਐਲੀਗੇਸ਼ਨ ਲੱਗ ਰਹੇ ਆ, ਪਰ ਉਹ ਪ੍ਰਧਾਨ ਮੰਤਰੀ ਇਹ ਸਮਝਦੇ ਕਿ ਮੈਨੂੰ ਕੋਈ ਇਸ ਗੱਲ ਦੀ ਲੋੜ ਨਹੀਂ। ਇਹ ਲੱਗਦਾ ਹੈ ਕਿ ਮਤਲਬ ਜਿਸ ਤਰੀਕੇ ਦੇ ਰਾਜ ਸਭਾ ਦੀ ਵੀ ਕਾਰਵਾਈ ਮੁਲਤਵੀ ਕਰਨੀ ਪਈ ਹੰਗਾਮੇ ਤੋਂ ਬਾਅਦ, ਕਿਉਂਕਿ ਅਡਾਨੀ ਦਾ ਵਿਰੋਧ ਹੋ ਰਿਹਾ ਸੀ, ਐਡੇ ਵੱਡੇ ਵਿਰੋਧ ਤੋਂ ਬਾਅਦ ਕੀ ਮੋਦੀ ਸਰਕਾਰ ਜਾਂ ਪ੍ਰਧਾਨ ਮੰਤਰੀ ਉਹਨਾਂ ਦੇ ਬਾਰੇ ਕੁਝ ਬੋਲਣਗੇ ਜਾਂ ਉਹਨਾਂ 'ਤੇ ਕੋਈ ਕਾਰਵਾਈ ਹੋਏਗੀ? ਤੁਹਾਨੂੰ ਲੱਗਦਾ, ਕੋਈ ਨਜ਼ਰ ਆਉਂਦਾ? ਦੇਖੋ, ਕਾਰਵਾਈ ਤੇ ਇੱਕ ਤੇ ਹੋ ਹੀ ਗਈ ਹੈ, ਮਾਰਕੀਟ ਨੇ ਕਰਤੀ ਆ। ਜਦ ਰੁਲੇ ਹੀ ਗਿਆ ਬੰਦਾ, ਅੱਧਾ ਕੁ ਰਹਿ ਗਿਆ, ਤੇ ਉਹਨੂੰ ਚੌਥੇ ਹਿੱਸੇ ਤੇ ਕਰ ਦੇਣਾ। ਜੋ ਉਹਦੀ ਰੀਅਲ ਵਰਥ ਆ ਉਹ 20 ਤੋਂ 25% ਆ, ਉਹ ਉੱਥੇ ਮਾਰਕੀਟ ਨੇ ਆਪ ਹੀ ਲੈ ਆਉਣਾ, ਕਿਉਂਕਿ ਕਿਸੇ ਨੇ ਉਹਨੂੰ ਹੱਥ ਨਹੀਂ ਲਾਉਣਾ। ਗਲੇ ਸੇਬਾਂ ਨੂੰ ਕੌਣ ਲਾਊਗਾ? ਆਪਣੇ ਬਾਕੀ ਦੇ ਵੀ ਗਾਲਣੇ ਆ ਜਿਹੜੇ ਘਰੇ ਪਏ ਆ। ਇਸ ਲਈ ਉਹ ਤੇ ਹੋ ਗਿਆ। ਜਿਹੜੀ ਮੈਨੂੰ ਖਤਰੇ ਵਾਲੀ ਗੱਲ ਲੱਗ ਰਹੀ ਹੈ, ਜਿਹੜੀ ਇਹਦੇ 'ਚੋਂ ਬੜੀ ਇੱਕ ਕਮਜ਼ੋਰ, ਸਾਰੀ ਇਸ ਕਹਾਣੀ 'ਚ ਕਮਜ਼ੋਰ ਏਰੀਆ ਲੱਗ ਰਿਹਾ, ਉਹ ਇਹ ਲੱਗ ਰਿਹਾ ਕਿ ਵਿਰੋਧੀ ਪਾਰਟੀਆਂ
ਖਾਸ ਕਰਕੇ ਜਿਹੜੀ ਕਾਂਗਰਸ ਕਿਸੇ ਵੇਲੇ ਕਾਂਗਰਸ ਹੁੰਦੀ ਸੀ, ਜਿੱਡੇ ਵੱਡੇ ਪੱਧਰ ਤੇ ਇਹਦੇ ਪ੍ਰੋਟੈਸਟ ਹੋਣੇ ਚਾਹੀਦੇ, ਪਬਲਿਕ ਪ੍ਰੋਟੈਸਟ ਹੋਣੇ ਚਾਹੀਦੇ, ਕਿਉਂਕਿ ਪਬਲਿਕ ਦਾ ਪੈਸਾ ਮਰ ਰਿਹਾ। ਦੇਖੋ, ਜਦੋਂ ਤੁਸੀਂ ਹਰ ਸਾਲ 2-2.5 ਲੱਖ ਕਰੋੜ ਦਾ NPA ਡਿਕਲੇਅਰ ਕਰਕੇ ਨਾਨ ਪਰਫਾਰਮਿੰਗ ਐਸਿਡ ਇਹਨਾਂ ਲੋਕਾਂ ਨੂੰ ਫਾਇਦਾ ਕਰੀ ਤੁਰੇ ਜਾਂਦੇ ਆ। ਤੁਹਾਨੂੰ ਪਤਾ ਜਦੋਂ ਪੈਸਾ ਨਾ ਕਰ ਦਿੱਤੀ, ਉੱਥੇ ਰੌਲਾ ਪਿਆ ਆਸਟ੍ਰੇਲੀਆ ਦੇ ਵਿੱਚ, ਜਿਹੜੀ ਇਹ ਕੋਲ ਮਾਈਨ ਲੈਣ ਗਏ, ਉੱਥੇ ਦੇ ਜਿਹੜੇ ਨੈਚੁਰਲਿਸਟ ਸੀਗੇ, ਜਿਹੜੇ এনवायरमेंटलिस्ट ਸੀ, ਉਹਨਾਂ ਨੇ ਇਹਦੀ ਉੱਥੇ ਕੋਲ ਦੀ ਮਾਈਨ ਖਰੀਦਣ ਦੀ ਬੜੀ ਸਖਤ ਵਿਰੋਧਤਾ ਕੀਤੀ। ਉਹ ਵਿਰੋਧਤਾ ਇੰਨੀ ਹੋਈ ਕਿ ਜਿਹੜੀ ਉੱਥੋਂ ਉਹਨਾਂ ਨੂੰ ਫੰਡਿੰਗ ਹੋਣੀ ਸੀ ਉਹਦੀ ਵੀ ਨਾ ਹੋ ਗਈ। ਪ੍ਰਧਾਨ ਮੰਤਰੀ ਨੇ SBI ਤੋਂ ਫਟ ਦੇਣੀ ਉਹਦੀ ਜਿਹੜੀ ਆ, ਕਹਿਤਾ ਕੋਈ ਗੱਲ ਨਹੀਂ, ਜਦ ਤੱਕ ਮੈਂ ਬੈਠਾ, ਸਾਡੇ ਕੋਲ ਰਿਜ਼ਰਵ ਬੈਂਕ ਹੈ, ਸਾਡੇ ਕੋਲ ਸਟੇਟ ਬੈਂਕ ਆਫ ਇੰਡੀਆ ਆ, ਚੱਕ ਪੈਸੇ ਤੂੰ ਲਿਆ ਉੱਥੇ, ਕੌਣ ਤੈਨੂੰ ਰੋਕ ਸਕਦਾ। ਉਹ ਕੋਲ ਮਾਈਨ ਦਾ ਠੇਕਾ ਲੈ ਲਿਆ, ਉੱਥੇ ਵੱਡਾ ਮਤਲਬ ਕੋਲ ਹੈਗਾ। ਮੈਂ ਉਹ ਸਾਰੀ ਡਿਟੇਲ ਨਹੀਂ ਸਾਡੀ ਜਾਣੀ ਚਾਹੁੰਦਾ, ਉਹਦੇ 'ਚ ਨਹੀਂ ਜਾਣਾ ਚਾਹੁੰਦਾ, ਪਰ ਇਹਦੇ ਨਾਲੋਂ ਮੇਰਾ ਖਿਆਲ ਹੈ ਕਿ ਕੋਈ ਵੱਡਾ ਘਪਲਾ ਆਰਥਿਕ ਸਾਡੇ ਆਜ਼ਾਦ ਭਾਰਤ ਦੇ ਜਿਹੜਾ ਅੰਮ੍ਰਿਤ ਕਾਲ ਦੇ ਵਿੱਚ ਅਸੀਂ ਨਿਕਲ ਰਹੇ ਹਾਂ, ਮੋਦੀ ਜੀ ਦੇ ਅੰਮ੍ਰਿਤ ਕਾਲ ਦੇ ਵਿੱਚ, ਇਹਦੇ ਨਾਲੋਂ ਜਿਹੜਾ ਕੌੜਾ ਤੇ ਕਸੈਲਾ ਤੇ ਭਿਆਨਕ ਤੇ ਲੋਕ ਮਾਰੂ, ਜਿੱਥੇ ਲੋਕ ਰੁਲ ਜਾਣਗੇ, ਜਿਨ੍ਹਾਂ ਦਾ ਪੈਸਾ ਏਡੇ ਵੱਡੇ ਪੱਧਰ ਤੇ ਰੁਲ ਗਿਆ, ਭਾਵੇਂ ਉਹ ਬੈਂਕਾਂ ਰਾਹੀਂ ਰੁਲੇ, LIC ਦਾ ਪੈਸਾ ਉੱਥੇ ਜਾ ਕੇ ਰੁਲੇ ਤਾਂ ਵੀ ਲੋਕ ਰੁਲਣਗੇ, ਜਾਂ ਉਹ ਸਿੱਧੇ ਜਿਹੜੇ ਲੋਕਾਂ ਨੇ ਇਨਵੈਸਟ ਕੀਤਾ ਕਿਸੇ ਨਾ ਕਿਸੇ ਫਾਰਮ 'ਚ, ਬੌਂਡ ਆ, ਸ਼ੇਅਰ ਆ, ਵਾਟਐਵਰ, ਉਹਨਾਂ ਨੇ ਜਿਹੜਾ ਸ਼ੇਅਰ ਕੀਤਾ, ਕਿਉਂਕਿ ਉਹਨਾਂ ਨੂੰ ਆਨਰ ਕਰਨਾ ਬੈਂਕਾਂ ਨੇ, ਏਜੰਸੀਆਂ ਨੇ ਕਰ ਦਿੱਤਾ, ਬੰਦ ਕਰਤਾ। ਚੰਗੀ ਗੱਲ ਹੈ ਕਿ ਇਹਦੇ 'ਚ ਮਾੜੀ ਜੀ ਲੱਗੀ, ਹੁਣ ਪਤਾ ਨਹੀਂ ਉਹ 'ਚ ਨਿਕਲੂ ਕਿਵੇਂ। ਹਾਲਾਂਕਿ SBI ਨੇ ਤੇ LIC ਨੇ ਤੇ ਦੋਵਾਂ ਨੇ ਹੱਥ 'ਚ ਵੀ ਠੀਕ ਹੈ ਜੀ, ਕੋਈ ਗੱਲ ਨਹੀਂ। ਤੁਹਾਨੂੰ ਪਤਾ ਸੀਤਾਰਮਨ ਨੇ ਕਿਹਾ ਨਾ, ਪਾਰਲੀਮੈਂਟ 'ਚ ਗਿਆ ਕਿ ਦੇਖੋ ਜੀ, ਤੁਹਾਨੂੰ ਕਿਹੜੀ ਗੱਲ ਦਾ ਖਤਰਾ ਲੱਗਦਾ? ਕੋਈ ਖਤਰਾ ਨਹੀਂ। ਜਿਨ੍ਹਾਂ ਲੋਕਾਂ ਨੂੰ ਇਹ ਲੱਗਦਾ ਕਿ ਸਟੇਟ ਬੈਂਕ ਆਫ ਇੰਡੀਆ ਨੇ ਕੋਈ ਗਲਤ ਲੋਨ ਦਿੱਤਾ, ਜਾਂ ਲਾਈਫ ਇੰਸ਼ੋਰੈਂਸ ਆਫ ਇੰਡੀਆ LIC ਨੇ, ਕੰਪਨੀ ਨੇ ਦਿੱਤਾ, ਤਾਂ ਉਹਨਾਂ ਨੇ ਤੇ ਦੋਹਾਂ ਦੇ ਜਿਹੜੇ ਮੈਨੇਜਰ ਆ, ਉਹਨਾਂ ਦੇ ਜਿਹੜੇ ਹੈਗੇ ਚੀਫ CEO, ਉਹਨਾਂ ਨੇ ਕਹਿ ਦਿੱਤਾ ਸਾਫ਼-ਸਾਫ਼ ਕਿ ਨਹੀਂ, ਸਾਨੂੰ ਕੋਈ ਘਾਟਾ ਨਹੀਂ, ਸਾਨੂੰ ਕੋਈ ਸਾਡਾ ਰਿਸਕ ਨਹੀਂ, ਅਸੀਂ ਬਿਲਕੁਲ ਠੀਕ ਠਾਕ ਹੈਗੇ। ਪਰ RBI ਨੇ ਸਾਰੀਆਂ ਬੈਂਕਾਂ ਨੂੰ ਕਹਿ ਦਿੱਤਾ, ਇੰਸਟਰਕਟ ਦੇ ਦਿੱਤਾ ਵੀ ਕਿਹੜੇ ਕਿੰਨਾ ਮਾਲ ਇਹਨੂੰ ਖਵਾਇਆ, ਉਹ ਮੈਨੂੰ ਇੱਕ ਵਾਰੀ ਲਿਸਟ ਦੇ ਦਿਓ, ਕਿਉਂਕਿ ਉਹਨਾਂ ਨੂੰ ਆਪਣਾ ਵੀ ਤਾਂ ਖਤਰਾ ਨਾ, ਕੱਲ੍ਹ ਨੂੰ ਦੇਸ਼ ਹੀ ਰੁਲ ਸਕਦਾ, ਕਿਤੇ ਨਾ ਕਿਤੇ ਤੇ ਪੈਰ ਲੱਗਣੇ ਚਾਹੀਦੇ ਆ। ਅੱਜ ਹਾਲਾਤ ਦੇਸ਼ ਦੇ ਅੰਦਰ ਇਹ ਬਣੀ ਆ, ਮੈਂ ਕਿਉਂ ਵਰੀਡ ਹੈਗਾ, ਇਹ ਸੱਚੀ ਵਰੀ ਹੈ। ਉਤਕਲ ਯੂਨੀਵਰਸਿਟੀ ਉੜੀਸਾ ਦੀ ਵੱਡੀ ਯੂਨੀਵਰਸਿਟੀ ਹੈ, ਉੱਥੇ ਗਏ ਮਾਜ਼ਮਦਾਰ, ਪ੍ਰੋਫੈਸਰ ਮਾਜ਼ਮਦਾਰ, ਸੁਰਾਜੀਤ ਮਾਜ਼ਮਦਾਰ, ਇੱਥੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ, ਕਿਹੜੀ ਗੱਲ ਤੇ ਬੋਲੇ? ਇਸ ਗੱਲ ਤੇ ਬੋਲੇ ਜਿੱਤੇ ਅਸੀਂ ਡਿਸਕਸ ਕਰ ਰਹੇ ਹਾਂ। ਹੈਕਲ ਕੀਤਾ ਉਹਨਾਂ ਨੂੰ, ਬਾਹਰੋਂ ਬੰਦੇ ਆਏ ਸੀ ਯੂਨੀਵਰਸਿਟੀ ਦੇ ਅੰਦਰ, ਸਿਰ ਪਾਟੇ, ਹੱਥੋਂ ਪਾਈ ਪੈ ਕੇ ਹੋ ਗਿਆ ਕਿ ਤੁਸੀਂ ਇੰਜ ਕਹਿੰਦੇ ਕਿਉਂ ਆ? ਕੀ ਯਾਰ, ਯੂਨੀਵਰਸਿਟੀ ਦੇ ਅੰਦਰ ਵੀ ਤੇਜਿੰਦਰ ਜੀ ਆਪਾਂ ਆਪਣੇ ਵਿਚਾਰ ਖੁੱਲ੍ਹ ਕੇ ਨਹੀਂ ਰੱਖ ਸਕਾਂਗੇ, ਔਰ ਉਹਨੂੰ ਵੀ ਦੇਸ਼ 'ਤੇ ਹਮਲਾ ਮੰਨਿਆ ਜਾਊਗਾ, ਉਹਨੂੰ ਵੀ ਦੇਸ਼ ਭਗਤੀ ਦੇ ਵਿਰੋਧਤਾ ਦੇ ਵਿੱਚ ਮੰਨਿਆ ਜਾਊਗਾ ਕਿ ਇਹ ਲੋਕ ਐਂਟੀ ਨੈਸ਼ਨਲ ਹੈਗੇ ਆ, ਫਿਰ ਤੇ ਸਮਝੋ ਕਿ ਭੋਗ ਜਿੰਨਾ ਕੁ ਅਸੀਂ ਸੋਚਦੇ ਹਾਂ ਕਿ ਦੇਰ ਨਾ ਪਊਗਾ, ਉਹਦੇ ਨਾਲ ਜ਼ਿਆਦਾ ਛੇਤੀ ਪੈ ਸਕਦਾ। ਦੇਖੋ, ਫਾਸ਼ੀਵਾਦੀ ਤਾਕਤਾਂ ਨੇ ਜਿਹੜੀਆਂ, ਉਹ ਲਗਾਤਾਰ ਭਾਰੂ ਹੁੰਦੀ ਜਾ ਰਹੀਆਂ ਨੇ, ਇਹ 'ਚ ਕੋਈ ਦੋ ਰਾਏ ਨਹੀਂ। ਤੇ ਘਾਟੇ ਦੀ ਤੁਸੀਂ ਗੱਲ ਕੀਤੀ ਹੈ, ਜਿੱਥੇ ਦੇਸ਼ ਨੂੰ ਇਸ ਤਰ੍ਹਾਂ ਦਾ, ਜਾਂ ਲੋਕਾਂ ਨੇ ਜਿਨ੍ਹਾਂ ਨੇ ਸ਼ੇਅਰ ਖਰੀਦੇ ਸੀ ਉਹਨਾਂ ਨੂੰ ਘਾਟਾ ਪਿਆ, ਇਸ ਤਰ੍ਹਾਂ ਲਗਾਤਾਰ ਅਕਾਲੀ ਦਲ ਨੂੰ ਵੀ ਘਾਟਾ ਪੈਂਦਾ ਜਾਂਦਾ। ਆਪਣੇ ਕੋਲ ਟਾਈਮ ਥੋੜ੍ਹਾ, ਪਰ ਮੈਂ ਜ਼ਿਕਰ ਕਰਦੇ ਹਾਂ ਕਿ ਬੋਨੀ ਅਜਨਾਲਾ, ਜਿਹੜੇ ਅਜਨਾਲਾ ਤੋਂ ਸਾਬਕਾ ਵਿਧਾਇਕ ਸਨ, 5 ਵਾਰ ਚੋਣ ਲੜ ਚੁੱਕੇ ਨੇ, ਉਹਨਾਂ ਨੇ ਅੱਜ ਅਕਾਲੀ ਦਲ ਨੂੰ ਅਲਵਿਦਾ ਕਹਿਤਾ। ਉਹ ਕਹਿੰਦੇ ਕਿ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀਆਂ ਹਦਾਇਤਾਂ ਅਨੁਸਾਰ ਹੁਕਮਾਂ 'ਤੇ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਰਿਪੋਰਟ ਇਕੱਠੀ ਕਰਨ ਲਈ ਇੱਕ ਕਮੇਟੀ ਗਠਿਤ ਕੀਤੀ ਸੀ, ਇਕਬਾਲ ਸਿੰਘ ਝੁੰਦਾ ਜਿਹੜੀ ਕਮੇਟੀ ਸੀ। ਸੋ ਇਕਬਾਲ ਸਿੰਘ ਝੁੰਦਾ ਕਮੇਟੀ ਨੇ ਕਹਿੰਦੇ ਜੋ ਪੇਸ਼ ਕੀਤਾ ਸੀ, ਇੱਕ ਤਾਂ ਉਹ ਰਿਪੋਰਟ ਹੈ ਜਨਤਕ ਨਹੀਂ ਕੀਤੀ ਗਈ, ਉਹਦੇ 'ਚ ਕੀ ਕਿਹਾ ਸੀ, ਔਰ ਦੂਜਾ ਉਸ ਰਿਪੋਰਟ ਦੇ ਵਿੱਚ ਜਿਹੜੇ ਬੰਦਿਆਂ ਨੇ ਅਕਾਲੀ ਦਲ ਨੂੰ ਹਰਾਇਆ, ਅਕਾਲੀ ਦਲ ਨੂੰ ਗਦਾਰੀ ਕੀਤੀ, ਅਕਾਲੀ ਦਲ ਦੇ ਨਾਲ ਅਕਾਲੀ ਦਲ ਨੂੰ ਖੁੰਝੇ ਲਾਇਆ, ਉਹਨਾਂ ਨੂੰ ਫਿਰ ਹਲਕਾ ਇੰਚਾਰਜਾਂ ਦੀਆਂ ਅਹੁਦੇਦਾਰੀਆਂ ਦੇ ਕੇ ਸੌਂਪਿਆ ਗਿਆ, ਨਵਾਜਿਆ ਗਿਆ ਅਹੁਦੇਦਾਰੀਆਂ ਦੇ ਕੇ। ਔਰ ਇਸ ਦੇ ਵਿਰੋਧ 'ਚ ਜਿਹੜਾ ਮੈਂ ਅਸਤੀਫਾ ਦਿੰਦਾ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ। ਪਰ ਨਾਲ ਇਹ ਵੀ ਪਤਾ ਲੱਗਿਆ ਕਿ ਹੁਣ ਉਹ ਕਮਲ ਦਾ ਫੁੱਲ ਹੈ ਜਿਹੜਾ ਉਹ ਫੜਨਗੇ ਕਿ BJP ਬਹੁਤ ਵਧੀਆ ਪਾਰਟੀ ਹੈ, BJP 'ਚ ਜਾਣਗੇ। ਹਾਲਾਂਕਿ ਕਿਤੇ ਨਾ ਕਿਤੇ ਤਾਂ ਅਕਾਲੀ ਦਲ ਵੀ ਇਸ ਝਾਕ 'ਚ ਹੋਏਗਾ ਕਿ 24 ਤੋਂ ਪਹਿਲਾਂ ਛੇਤੀ ਦੇ ਨੇ BJP ਨਾਲ ਸਮਝੌਤਾ ਹੋ ਜੇ। ਪਰ ਜੇ ਸਮਝੌਤਾ ਹੁੰਦਾ ਵੀ ਹੈ ਤੇ ਜੇ ਬੋਨੀ ਨਾਲਾ ਤਾਂ ਇਕੱਲੇ ਕਮਲ ਦੇ ਫੁੱਲ 'ਤੇ ਜਾਣਗੇ। ਮੈਨੂੰ ਲੱਗਦਾ ਜਿਹੜਾ ਨਾ ਅਕਾਲੀ ਦਲ 'ਚ ਵੀ ਇੱਕ ਵਿਜ਼ਨਰੀ ਲੀਡਰਸ਼ਿਪ ਦੀ ਕਮੀ ਆ ਰਹੀ ਲੱਗਦੀ ਹੈ। ਜਿਹੜੀ ਪੁਰਾਣੀ ਕਿਸਮ ਦੀ ਲੀਡਰਸ਼ਿਪ ਸੀ
ਉਹ ਕੁਝ ਜਾਂ ਤੇ ਬਹੁਤ ਬਜ਼ੁਰਗ ਹੋ ਗਈ, ਕੁਝ ਜਾਂ ਸੱਜੇ ਖੱਬੇ ਹੋ ਗਈ, ਮਰ ਖੱਪ ਗਏ ਕੁਝ ਉਮਰ ਦੇ ਨਾਲ, ਹੈ ਨਾ। ਜਿਹੜੀ ਨਵੀਂ ਲੀਡਰਸ਼ਿਪ ਆਈ ਆ ਉਹ ਜਿੰਨਾ ਇਫੈਕਟਿਵ ਢੰਗ ਦੇ ਨਾਲ ਇਸ ਸਾਰੀ ਚੀਜ਼ ਚੋਂ ਨਿਕਲਣ ਲਈ ਕੋਈ ਸਟ੍ਰੈਟਜੀ ਤੈਅ ਕੀਤੀ ਜਾਏ, ਜਿੱਥੇ ਉਹਨਾਂ ਨੇ ਆਪਣੇ ਆਪ ਨੂੰ ਜਿੱਲਣ 'ਚ ਫਸਾ ਲਿਆ ਹੋਇਆ, ਇੰਜ ਕਹਿ ਲਓ। ਜਿੱਲਣ 'ਚ ਜਦੋਂ ਫਸਦਾ, ਜਿੰਨਾ ਨਿਕਲਣ ਦੀ ਕੋਸ਼ਿਸ਼ ਕਰਦਾ ਉਹਨਾਂ ਹੋਰ ਦੱਸੀ ਜਾਂਦਾ। ਇਹ ਹਾਲਤ ਬਣੀ ਹੋਈ ਹੈ। ਮਾੜਾ ਮੋਟਾ ਸਾਹ ਲੈਣ ਦੀ ਕੋਸ਼ਿਸ਼ ਕਰਦੇ ਆ ਸੁਖਬੀਰ ਬਾਦਲ ਹੋਣੀ, ਹੋਰ ਸਾਰੇ ਰਲ ਰਲਾ ਕੇ, ਉਹ ਪਰ ਉਹ ਜਿੰਨੀ ਕੁ ਕੋਸ਼ਿਸ਼ ਹੁੰਦੀ ਉਹਦੇ ਨਾਲ ਨੈਗੇਟਿਵ ਉਹਦੇ ਉਲਟ ਕੋਈ ਹੋਰ, ਜਿਵੇਂ ਹੁਣ ਬੋਨੀ ਅਜਨਾਲਾ ਵਾਲਾ ਬੰਬ ਚੱਲ ਗਿਆ, ਇਹ ਰੁਕਣ 'ਤੇ ਨਹੀਂ ਨਾ ਹੁੰਦੇ। ਇੱਕ ਵਾਰੀ ਥੋੜ੍ਹੀ ਹੋਇਆ, ਉਹ ਕਿੰਨੀ ਵਾਰੀ ਉਹ ਪਿਓ ਪੁੱਤ ਵੀ ਨਿਕਲ ਗਏ। ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ, ਚਲੋ ਹੁਣ ਤੇ ਉਹ ਆਪਣੇ 'ਚ ਨਹੀਂ ਰਹੇ, ਉਹ ਨਿਕਲ ਗਏ। ਫਿਰ ਹੋਰ ਕਿੰਨੀ ਵਾਰੀ ਭੰਨ ਟੁੱਟ ਹੋਈ ਤੁਰੀ ਜਾਂਦੀ। ਛੋਟੇ ਹੁੰਦੇ ਆ ਨਾ ਇੱਕ ਗੇਮ ਖੇਡਦੇ ਹੁੰਦੇ ਸੀ, ਤੁਹਾਨੂੰ ਵੀ ਚੇਤਾ ਹੋਣਾ ਸੀ, ਪਿੰਡਾਂ 'ਚ ਖੇਡਦੇ ਸੀ, ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠ ਚੁੱਕ ਲਾ ਤੇ ਦੂਜੀ ਤਿਆਰ। ਸੋ ਬਿਪਤਾ ਅਕਾਲੀ ਦਲ ਤੇ ਰੋਜ਼ ਨਵੀਂ ਤੋਂ ਨਵੀਂ ਖੜੀ ਰਹਿੰਦੀ ਹੈ। ਕਾਂਗਰਸ ਤੇ ਵੀ ਪਤਾ ਹੀ ਨਹੀਂ ਕਿਹੜੇ ਵੇਲੇ ਕਿਹਨੇ ਭੱਜ ਜਾਣਾ। ਪੰਜਾਬ ਦੀ ਕਾਂਗਰਸ ਦਾ ਤੇ ਹਾਲ ਇਹੋ ਹੀ ਦੇਖੋ। ਤੇ ਜੇ ਅਕਾਲੀਆਂ ਦਾ ਵੀ ਇਹੋ ਹਾਲ ਹੈ, ਤੇ ਇਸ ਕਰਕੇ ਇੱਥੋਂ ਸਮਝਣ ਦੀ ਲੋੜ ਹੈ ਕਿ ਸਾਡੇ ਲੋਕਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਪ੍ਰਤੀ ਇੱਕ ਇਹੋ ਜਿਹਾ ਨਜ਼ਰੀਆ ਬਣ ਚੁੱਕਾ ਕਿ ਉਹਨਾਂ 'ਤੇ ਭਰੋਸਾ ਕਰਨ ਲਈ ਤਿਆਰ ਨਹੀਂ। ਤੇ ਜਦ ਤੱਕ ਲੋਕ ਇਹਨਾਂ 'ਤੇ ਭਰੋਸਾ ਨਹੀਂ ਕਰਦੇ ਤੇ ਉਹ ਮੋਬਿਲਾਈਜ਼ ਨਹੀਂ ਹੋਣਗੇ। ਹੁਣ ਜਿਹੜੀ ਕਮਰਸ਼ੀਅਲ ਐਂਗਲ ਵੀ ਆ ਕਿ ਪੈਸਾ ਸੁੱਟ ਕੇ ਹੀ ਵੋਟਾਂ ਖਰੀਦਣੀਆਂ, ਜਾਂ ਕੋਈ ਇਹੋ ਜਿਹਾ ਲਾਰਾ ਦੇ ਕੇ ਹੀ, ਕਿਸੇ ਨੂੰ ਲਾਲਚ ਦੇ ਕੇ ਹੀ ਵੋਟਾਂ ਮਿਲਣੀਆਂ, ਭਾਵੇਂ ਕੋਈ ਵੀ ਹੋਵੇ, ਜਿਹਨੂੰ ਰਿਓੜੀਆਂ ਕਹਿੰਦੇ ਆ, ਤਾਂ ਫਿਰ ਸਾਡੀ ਡੈਮੋਕ੍ਰੇਸੀ ਚੱਲਣੀ ਕਿਹੋ ਜਿਹੀ? ਉਹੋ ਜਿਹੀਆਂ ਪਾਰਟੀਆਂ ਹੋ ਗਈਆਂ, ਉਹੋ ਜਿਹੇ ਲੋਕ ਹੋ ਗਏ। ਬਹੁਤ ਸੰਕਟ ਵਾਲੀ ਗੱਲ ਆ। ਇਸ ਵਿਸ਼ੇ ਸਰਕਲ 'ਚੋਂ ਜਦ ਤੱਕ ਬਾਹਰ ਨਹੀਂ ਆਉਂਦੇ, ਪਾਰਟੀਆਂ ਦਾ ਤੇ ਉਹਨਾਂ ਨੁਕਸਾਨ ਨਹੀਂ ਹੋਊਗਾ। ਕਿਉਂਕਿ ਇੱਥੇ ਨਹੀਂ ਤੇ ਉਹ ਦਰਖਤ, ਐ ਛਤਰੀ ਤੇ ਨਹੀਂ ਉਹ ਛਤਰੀ ਤੇ ਕਬੂਤਰਾਂ ਨੇ ਬਹਿਣਾ, ਉਹਨਾਂ ਦੇ ਤੇ ਛਤਰੀ ਮੱਲਣੀ ਆ, ਕਿਉਂਕਿ ਉਹਨਾਂ ਦਾ ਕੰਮ ਹੀ ਹੈਗਾ। ਪਰ ਜਿਹੜੇ ਆਮ ਜਨਤਾ ਆ, ਜਿਹੜੇ ਬਾਰ-ਬਾਰ ਇਸੇ ਸਰਕਲ ਦੇ ਵਿੱਚ ਫਸ ਗਏ ਆ, ਉਹਨਾਂ ਦਾ ਜਿਹੜਾ ਜਿਸ ਤਰ੍ਹਾਂ ਵੇਲਣੇ ਥਾਣੀ ਕੱਢ ਦਿੰਦੇ ਨਾ ਪੀੜ ਕੇ, ਉਂਝ ਨਿਕਲਣਗੇ। ਨਹੀਂ ਤੇ ਐਵੇਂ ਥੋੜ੍ਹੀ ਬਾਹਰ ਨੂੰ ਭੱਜਣ ਲੱਗੇ ਏਡੇ ਵੱਡੇ ਪੱਧਰ 'ਤੇ। ਉਹ ਤਾਂ ਹੀ ਭੱਜਣ ਲੱਗਿਆ ਕਿਉਂਕਿ ਇੱਥੇ ਹੁਣ ਕੋਈ ਭਵਿੱਖ ਦਿਖਦਾ ਨਹੀਂ ਹੈਗਾ। ਔਰ ਇਹ ਭਵਿੱਖ ਦਿਖਣਾ ਵੀ ਨਹੀਂ ਆ ਜਦ ਤੱਕ ਤੁਸੀਂ ਬੰਦੇ ਬਣ ਕੇ ਆਪ ਆਪਣੀ ਭਵਿੱਖ ਲਈ ਕੁਛ ਨਾ ਕੁਛ ਲੜੋਗੇ ਨਹੀਂ। ਪਰ ਮੈਂ ਚੰਗੀ ਗੱਲ ਇਹਦੇ 'ਚ ਉਮੀਦ ਹੈ ਮੈਨੂੰ ਲੱਗਦੀ ਹੈ ਕਿ ਬਹੁਤ ਸਾਰੀ ਜਗ੍ਹਾ ਤੇਜਿੰਦਰ ਤੁਸੀਂ ਨੋਟ ਕੀਤਾ ਹੋਣਾ, ਲੋਕਾਂ ਨੂੰ ਇਹ ਸਮਝ ਪੈ ਗਈ ਆ ਕਿ ਇਹ ਸਟੇਟ ਜਿਹੜੀ ਅਸੀਂ ਵੋਟਾਂ ਪਾ ਕੇ ਉਮੀਦ ਲਾ ਕੇ ਬਹਿ ਜਾਂਦੇ ਸੀ ਵੀ ਹੁਣ ਸਾਡੇ ਕੰਮ ਕਰਨਗੇ, ਸਾਡੇ ਮਿਨਿਸਟਰ ਸਾਡੇ ਕੰਮ, ਗਵਰਨਮੈਂਟ ਸਾਡੇ ਕੰਮ ਕਰਿਆ ਕਰ, ਉਹਨਾਂ ਦਾ ਕੋਈ ਸੱਚੀ ਭਰੋਸਾ ਨਹੀਂ ਰਿਹਾ। ਹੁਣ ਉਹ ਆਪਣੇ ਕੰਮ ਆਪ ਸਾਂਭਣ ਦੀ ਕੋਸ਼ਿਸ਼ ਕਰ ਰਹੇ ਆ। ਅਜੇ ਜੇ ਕੋਈ ਉਹਨਾਂ ਨੂੰ ਚੰਗੇ ਤਰੀਕੇ ਨਾਲ ਲਾਮਬੰਦ, ਚੰਗੇ ਤਰੀਕੇ ਨਾਲ ਇੱਕ ਸੇਧਤ ਕਰ ਸਕੇ, ਇੱਕ ਫਰੇਮ 'ਚ ਲਿਆ ਸਕੇ, ਤੇ ਪੰਜਾਬ ਦੇ ਲੋਕ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਤਬਦੀਲੀ ਲਈ ਅੰਗੜਾਈ ਜਿਹੜੇ ਪਿਛਲੇ 10-12 ਸਾਲਾਂ ਦੀ ਲੈ ਰਿਹਾ ਉਹ ਆ ਸਕਦੀ ਹੈ। ਇਹੋ ਜਿਹੀ ਨਹੀਂ ਕਿ ਜਿਹੜੀ ਹੁਣ ਆਈ ਆ ਕਹਿੰਦੇ ਕਿ ਉਹ ਤਾਂ ਉਸੇ ਤਰ੍ਹਾਂ ਹੀ ਪੁਰਾਣੇ ਫਰੇਮ ਦੇ ਵਿੱਚ ਇੱਕ ਪੋਲੀਟੀਕਲ ਦੂਜੇ ਪੋਲੀਟੀਕਲ ਨਾਲ ਵਿਵਸਥਾ ਪਰਿਵਰਤਨ ਨਹੀਂ ਹੈ, ਸੱਤਾ ਪਰਿਵਰਤਨ ਹੀ ਹੈ। ਹਾਲਾਂਕਿ ਵਾਅਦਾ ਦੇ ਵਿਵਸਥਾ ਪਰਿਵਰਤਨ ਦਾ ਸੀ। ਬਾਕੀ ਅਜੇ ਟਾਈਮ ਹੈਗਾ ਆ, ਆਪ ਦਾ ਦੇਖਦੇ ਹਾਂ ਕਿ ਕਿੰਨਾ ਕੁ ਵਿਵਸਥਾ ਪਰਿਵਰਤਨ ਵਿੱਚ ਵੀ ਪੂਰਾ ਉਤਰਦੇ ਆ। ਪਰ ਅੱਜ ਦੀ ਤਰੀਕ ਦੇ ਵਿੱਚ ਜਿੰਨੀਆਂ ਵੱਡੇ ਮਸਲੇ ਹੈਗੇ ਆ ਉਹਦੇ ਮੁਤਾਬਕ ਐਕਸ਼ਨ ਨਹੀਂ ਹੈਗਾ। ਤੇ ਇਹ ਬੋਨੀ ਦਾ ਜਿਹੜਾ ਤੁਸੀਂ ਸਵਾਲ ਖੜਾ ਕੀਤਾ, ਇਸ ਨੂੰ ਉਸੇ ਲਾਰਜਰ ਫਰੇਮ 'ਚ ਜੇ ਦੇਖੀਏ ਤਾਂ ਇਹ ਸੰਕਟ ਦੇ ਹੀ ਸਾਰੇ ਨਿਸ਼ਾਨੀਆਂ। ਨਹੀਂ ਤੇ ਬੰਦਾ ਇੰਨੀ ਉਮਰ ਕਿਸੇ ਪਾਰਟੀ 'ਚ ਰਹਿ ਕੇ ਉਦੋਂ ਬਾਅਦ ਕਿਸੇ ਹੋਰ ਹੀ ਪਾਸੇ ਨੂੰ ਚੱਲਣ ਦੀ ਜੁਰਤ ਕਿਵੇਂ ਕਰ ਸਕਦਾ? ਪਤਾ ਹੀ ਆ ਕਿ ਲੋਕ ਵੀ ਇਹੋ ਜਿਹੇ ਹੋ ਗਏ ਆ ਵੀ ਉਹਨਾਂ ਨੂੰ ਵੀ ਕੋਈ ਬਹੁਤਾ ਫਰਕ ਨਹੀਂ ਪੈਣਾ। ਕਮਿਟਮੈਂਟ ਖਤਮ ਹੁੰਦੀ ਜਾ ਰਹੀ ਹੈ। ਜਿੰਨੇ ਕਮਿਟਡ ਲੀਡਰ ਸੀਗੇ ਉਹ ਕਮਿਟਡ ਨਹੀਂ ਰਹੇ। ਸੋ ਕਮਿਟਮੈਂਟ ਪਾਰਟੀਆਂ ਦੇ ਵਿੱਚੋਂ ਘਟਦੀ ਜਾ ਰਹੀ ਹੈ। ਸੋ ਆਪਣਾ ਸਮਾਂ ਵੀ ਹੁਣ ਸਮਾਪਤੀ ਵੱਲ ਹੈ। ਖਬਰਾਂ ਹੋਰ ਵੀ ਬਹੁਤ ਸਾਰੀਆਂ ਸਨ ਚਰਚਾ ਕਰਨ ਵਾਲੀਆਂ, ਪਰ ਕੱਲ੍ਹ ਨਵੇਂ ਮੁੱਦਿਆਂ 'ਤੇ ਫਿਰ ਚਰਚਾ ਕਰਦੇ ਹਾਂ। ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਤੇਜਿੰਦਰ ਜੀ।